ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਆ ਹੁਣ ਤੁਸੀਂ ਸੁਣੋਗੇ ਸੁਸ਼ੀਲ ਦੋਸਾਂਝ ਦੇ ਨਾਲ, ਜਿਸ ਦੇ ਵਿੱਚ ਸਾਨੂੰ ਪੰਜਾਬ ਤੇ ਭਾਰਤ ਵਿੱਚ ਜਾਂ ਸਾਡੀਆਂ ਸਰਹੱਦਾਂ ਤੇ ਕੀ ਕੁਛ ਹੋ ਰਿਹਾ ਆ, ਜਾਂ ਉੱਥੇ ਇਲੈਕਸ਼ਨਾਂ ਦੇ ਵਿੱਚ ਕਿੰਨਾ ਇੱਕ ਦੂਸਰੇ ਤੇ ਦੂਸ਼ਣਬਾਜ਼ੀ ਹੋ ਰਹੀ ਆ, ਉਸ ਦੀ ਗੱਲਬਾਤ ਕਰਨਗੇ ਜੀ ਸਾਡੇ ਨਾਲ। ਤੁਸੀਂ ਪੰਜਾਬੀ ਰੇਡੀਓ ਜੋ ਐਸੇ ਨੂੰ ਸੁਣ ਸਕਦੇ ਜੀ ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ। ਜੇ ਫੋਨ ਤੇ ਸੁਣਨਾ ਆ ਤਾਂ ਤੁਸੀਂ ਡਾਇਲ ਕਰ ਸਕਦੇ ਜੀ 832 551 50 8025515029 6054756868 ਨੈੱਟ ਤੇ ਸੁਣ ਲੈ www.punjabiradio.usa.com। ਤੇ ਜੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਰਣਜੀਤ ਸਿੰਘ ਜੀ ਲੇਕਪੁਰ ਤੋਂ, ਕਰਮਪਾਲ ਸਿੰਘ ਤੇ ਜਸਜੀਤ ਕੌਰ ਕਲੋਵਸ ਤੋਂ, ਕੁਲਵੰਤ ਸਿੰਘ ਨਿਊਯਾਰਕ ਤੋਂ, ਬਹੁਤ ਬਹੁਤ ਧੰਨਵਾਦੀਆਂ ਜੀ ਇਹਨਾਂ ਦੇ। ਤੇ ਜੀ ਆਪਾਂ ਹੁਣ ਗੱਲਬਾਤ ਕਰਦੇ ਹਾਂ ਸੁਸ਼ੀਲ ਦੋਸਾਂਝ ਹੋਣਾ ਨਾਲ। ਸਤਿ ਸ਼੍ਰੀ ਅਕਾਲ ਸੁਸ਼ੀਲ ਦੋਸਾਂਝ ਜੀ। ਬਹੁਤ ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਸਾਡੇ ਸਾਰੇ ਸਰੋਤਿਆਂ ਨੂੰ ਜੀ। ਚੰਡੀਗੜ੍ਹ ਸਟੂਡੀਓ ਤੋਂ ਮੈਂ ਸੁਸ਼ੀਲ ਦੋਸਾਂਝ ਹਾਜ਼ਰ ਹਾਂ ਤੁਹਾਡੇ ਲਈ ਵਿਸ਼ੇਸ਼ ਪ੍ਰੋਗਰਾਮ ਖਬਰਸਾਰ ਲੈ ਕੇ। ਖਬਰਸਾਰ 'ਚ ਜਿਵੇਂ ਬਲਵਿੰਦਰ ਹੋਰਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਕਰਨ ਵਾਲੀਆਂ। ਖਬਰਾਂ ਦੇ ਵਿੱਚ ਤੁਸੀਂ ਉਹ ਸਾਰੀਆਂ ਚੀਜ਼ਾਂ ਸੁਣਦੇ ਹੋ, ਪਰ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਖਬਰਾਂ ਸੁਣਦੇ ਪੜ੍ਹਦੇ ਹਾਂ ਅਸੀਂ, ਉਹਦੇ ਹੇਠਾਂ ਵੀ ਕੁਝ ਚੀਜ਼ਾਂ ਲੁਕੀਆਂ ਹੁੰਦੀਆਂ ਜਿਨ੍ਹਾਂ ਨੂੰ ਬਾਹਰ ਕੱਢਣ ਦਾ ਸਾਡਾ ਯਤਨ ਰਹਿੰਦਾ। ਸੋ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਆਪਾਂ ਜਿਹੜੀ ਗੱਲਬਾਤ ਸ਼ੁਰੂ ਕਰਦੇ ਹਾਂ, ਆਪਾਂ ਇੱਕ ਬਾਰਡਰ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ ਕਿ ਪਾਕਿਸਤਾਨ ਤੇ ਭਾਰਤ ਦੀ ਸਰਹੱਦ ਤੇ ਬੜੀ ਗੋਲਾਬਾਰੀ ਚੱਲ ਰਹੀ ਆ। ਇਹਦੇ ਪਿੱਛੇ ਕੀ ਲੱਗਦਾ ਹੈ ਕਿ ਇੱਥੇ ਲੜਾਈ ਛੇੜਨ ਦਾ ਖਤਰਾ ਆ, ਜਾਂ ਕੀ ਗੱਲ ਆ ਕਿ ਜਾਂ ਜਿਹੜੀਆਂ ਫੌਜਾਂ ਹੀ ਆ ਆਊਟ ਆਫ ਕੰਟਰੋਲ ਹੋ ਗਈਆਂ ਆ। ਇੱਕ ਦੂਜੇ ਨੂੰ ਬਿਆਨਬਾਜ਼ੀ ਬੜੀ ਦਿੱਤੀ ਜਾ ਰਹੀ ਆ ਪਰ ਇਹ ਤੇ ਅਮਲ ਕੋਈ ਨਹੀਂ। ਦੇਖੋ, ਸੁਰਖੀਆਂ ਅਖਬਾਰਾਂ ਦੀਆਂ ਜਾਂ ਮੀਡੀਆ 'ਚ ਜਿਸ ਕਿਸਮ ਦੀਆਂ ਰਿਪੋਰਟਾਂ ਆਉਂਦੀਆਂ ਉਹ 100% ਉਸ ਰੂਪ ਦੇ ਵਿੱਚ ਨਹੀਂ ਹੁੰਦੀਆਂ। ਖਾਸ ਤੌਰ ਦੇ ਉੱਤੇ ਆਰਮੀ ਨਾਲ ਰਿਲੇਟਡ ਜਿਹੜੀਆਂ ਖਬਰਾਂ ਹੁੰਦੀਆਂ, ਬਹੁਤ ਸਾਰਾ ਸੱਚ ਜਿਹੜਾ ਉਹਦੇ ਵਿੱਚ ਲੁਕਾਉਣ ਦੀ ਜਿਹੜੀ ਕੋਸ਼ਿਸ਼ ਜਿਹੜੀ ਰਹਿੰਦੀ ਹੈ। ਇਸ ਕਰਕੇ ਸਾਨੂੰ ਥੋੜਾ ਜਿਹਾ ਵਿੱਚ ਤੋਂ ਰਹਿ ਕੇ ਸਾਰਾ ਮਾਮਲਾ ਦੇਖਣਾ ਪਏਗਾ। ਮਸਲਾ ਇਹ ਹੈ ਕਿ ਤਾਜ਼ੀ ਘਟਨਾ ਚੱਕਰ ਜਿਹੜਾ ਇਹ ਹੈ ਕਿ ਤਣਾਅ ਲਾਜ਼ਮੀ ਹੈ ਉੱਥੇ ਬਹੁਤ ਵੱਧ ਚੁੱਕਾ ਹੈ। ਜਦੋਂ ਅਸੀਂ ਇੱਥੇ ਭਾਰਤ ਵਾਲੇ ਪਾਸੋਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਤੇ ਸਾਡੇ ਕੋਲ ਜਿਹੜੇ ਸੋਰਸਿਸ ਹੁੰਦੇ ਹੈ ਉਹਦੇ 'ਚ ਬਹੁਤ ਭਾਰਤ ਦਾ ਪੱਖ ਹੁੰਦਾ ਹੈ। ਲਾਜ਼ਮੀ ਵੀ ਹੈ ਕਿਸੇ ਵੀ ਮੁਲਕ ਦੀਆਂ ਜਿਹੜੀਆਂ ਨਿਊਜ਼ ਏਜੰਸੀਆਂ ਉਹ ਆਪਣੇ ਮੁਲਕ ਦਾ ਪੱਖ ਬਹੁਤਾ ਤੁਹਾਡੇ ਨਾਲ ਸਾਂਝੀਆਂ ਕਰਨਗੀਆਂ। ਜਿਹੜਾ ਪਾਕਿਸਤਾਨ ਦੇ ਮੀਡੀਆ ਦੇ ਵਿੱਚ ਜੋ ਕੁਝ ਆਉਂਦਾ ਉਹਦੇ 'ਚ ਪਾਕਿਸਤਾਨ ਦੀ ਹੁਕੂਮਤ ਦੇ ਮੁਤਾਬਕ ਜੋ ਆਉਣਾ ਚਾਹੀਦਾ ਉਹੀ ਆਉਂਦਾ। ਸੋ ਪੂਰਾ ਸੱਚ ਨਾ ਤਾਂ ਪਾਕਿਸਤਾਨ ਵੱਲੋਂ ਆਉਂਦਾ ਤੇ ਨਾ ਭਾਰਤ ਵੱਲੋਂ ਆਉਂਦਾ। ਇਸੇ ਕਰਕੇ ਅਸੀਂ ਕਿਹਾ ਕਿ ਅਸੀਂ ਥੋੜਾ ਵਿੱਚ ਤੇ ਰੱਖ ਕੇ ਗੱਲ ਕਰਦੇ ਹਾਂ। ਹੁਣ ਇਸ ਵੇਲੇ ਬਹੁਤ ਸਾਰੀ ਟੈਨਸ਼ਨ ਹੈ ਸਰਹੱਦ ਦੇ ਉੱਤੇ ਤੇ ਪਹਿਲੀ ਵਾਰ ਨਹੀਂ ਹੈ, ਪਰ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਟੈਨਸ਼ਨ ਵਧੀ ਹੈ ਉਹਦੇ 'ਚ ਇੱਕ ਦੂਜੇ ਦੇ ਉੱਤੇ ਇਲਜ਼ਾਮ ਇਸ ਕਿਸਮ ਦੇ ਹੈ ਕਿ ਭਾਰਤ ਦਾ ਕਹਿਣਾ ਇਹ ਹੈ ਕਿ ਪਿਛਲੇ 7 ਦਿਨਾਂ ਦੇ ਵਿੱਚ ਹੀ 17 ਵਾਰ ਫਾਇਰਿੰਗ ਕੀਤੀ ਹੈ ਪਾਕਿਸਤਾਨ ਦੀ ਆਰਮੀ ਵੱਲੋਂ। ਉਹ ਫਾਇਰਿੰਗ ਕੀਤੀ ਗਈ ਹੈ ਜਿਹਦੇ 'ਚ 6 ਲੋਕ ਮਾਰੇ ਗਏ ਨੇ ਭਾਰਤੀ ਪਾਸੇ ਤੇ ਕੋਈ 14 ਦੇ ਕਰੀਬ ਲੋਕ ਜ਼ਖਮੀ ਹੋਏ ਨੇ। ਮਾਰੇ ਗਏ ਨੇ ਲੋਕ, ਨੋ ਡਾਊਟ ਸੱਚਮੁੱਚ ਮਾਰੇ ਗਏ ਨੇ, ਉਹ ਤਸਵੀਰਾਂ ਵੀ ਦਿਖਾਈ ਦਿੰਦੀਆਂ। ਤੇ ਹਾਲਾਤ ਵੀ ਪਿੰਡਾਂ ਦੇ ਵਿੱਚ ਜਿਹੜੇ ਸਰਹੱਦ ਦੇ ਪਿੰਡ ਆ ਉੱਥੇ ਬਹੁਤ ਮਾੜੀ ਹੈ। ਦੂਜੇ ਬੰਨੇ ਪਾਕਿਸਤਾਨ ਦਾ ਇਹ ਦੋਸ਼ ਹੈ, ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੇ ਇਹ ਕਿਹਾ ਕਿ ਜਿੰਨੀ ਵੀ ਜੰਗਬੰਦੀ ਦੀ ਉਲੰਘਣਾ ਹੁੰਦੀ ਹੈ ਉਹ ਭਾਰਤ ਵੱਲੋਂ ਹੁੰਦੀ ਹੈ। ਬਕਾਇਦਾ UNO ਦੇ ਮਿਲਟਰੀ ਆਬਜ਼ਰਵਰ ਗਰੁੱਪ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤ ਦੇ ਸੁਰੱਖਿਆ ਬਲਾਂ ਨੇ ਪਾਕਿਸਤਾਨੀ ਪਿੰਡਾਂ ਤੇ ਫਾਇਰਿੰਗ ਕੀਤੀ ਜਿਸ 'ਚ 9 ਲੋਕ ਮਾਰੇ ਗਏ। ਇਹ ਉਹਨਾਂ ਦਾ ਕਹਿਣਾ। ਤੇ ਇੱਧਰ ਸਾਡੇ ਇਹ ਆ ਕਿ ਸਾਡੀ ਆਰਮੀ ਦੇ ਤਰਜਮਾਨ ਲੈਫਟੀਨੈਂਟ ਕਰਨਲ ਮਨੀਸ਼ ਮਹਿਤਾ ਨੇ ਇਹ ਗੱਲ ਦੱਸੀ ਹੈ ਕਿ ਪੁੰਛ ਦਾ ਜਿਹੜਾ ਏਰੀਆ ਜੰਮੂ ਕਸ਼ਮੀਰ ਦੇ ਵਿੱਚ ਨਾਲ ਲੋਈ ਇਲਾਕਾ ਜਿਹੜਾ ਉੱਥੇ ਫਾਇਰਿੰਗ ਹੋਈ ਹੈ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜੇ ਸਰਹੱਦੀ ਇਲਾਕੇ ਉਹਦੇ 'ਚੋਂ 1500 ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢਿਆ ਤੇ ਤਣਾਅ ਕਿਉਂਕਿ ਵੱਧ ਗਿਆ ਤੇ ਪ੍ਰਸ਼ਾਸਨ ਨੇ DC ਅਰਨੀਆ ਜਿਹੜੇ ਹੈ ਉਹਨਾਂ ਨੇ ਆਰਐਸਪੁਰਾ ਤੇ ਖਨੂਰ ਦੇ ਜਿਹੜੇ ਸਕੂਲ ਹੈ ਉਹ 9 ਅਕਤੂਬਰ ਤੱਕ ਬੰਦ ਰੱਖਣ ਦੇ ਹੁਕਮ ਵੀ ਦਿੱਤੇ ਹੈ। ਸੋ ਇਹ ਇੱਕ ਕਿਸਮ ਦਾ ਇਸ ਵੇਲੇ ਮਾਹੌਲ ਹੈ ਜਿਹਦੇ 'ਚ ਸਾਡਾ ਜਿਹੜਾ ਭਾਰਤ ਵਾਲਾ ਪਾਸਾ ਇਹ ਕਹਿੰਦਾ ਕਿ ਬਿਨਾਂ ਕਿਸੇ ਭੜਕਾਹਟ ਦੇ ਪਾਕਿਸਤਾਨ ਦੇ ਰੇਂਜਰਸ ਜਿਹੜੇ ਹੈ ਉਹ ਫਾਇਰਿੰਗ ਕਰਦੇ ਹੈ ਤੇ
पाकिस्तान वाले लोग कहते हैं या पाकिस्तान की हुकूमत के तर्जमान ये कहते हैं कि भारत बिना किसी भड़काहट से फायरिंग करता है। सच दोनों पासे बराबर का तनाव की स्थिति दो पासों तो होंगी है। एक पासों थोड़ी जी फायरिंग होंगी, दूजा वह डट के जवाब देता है। ये इस माहौल ने किया यह है कि कारगिल की लड़ाई तो बाद पहली बार ईद लंघ गई है तो ईद के मौके के उत्ते मिठाइयां का आदान प्रदान नहीं होया। आम तौर पर होंगे बाघा बॉर्डर से जो भी कोई उत्सव आता है, कोई जश्न आता है, सारी दिवाली आ गई तो असी मिठाइयां उधर भेजते हैं, वो सानू मिठाइयां भेजते हैं। ईद आ गई तो वो सानू मिठाइयां भेजते हैं, ਅਸੀਂ ਉਹਨਾਂ ਨੂੰ ਭੇਜਦੇ ਹਾਂ। ਭਾਰਤ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਵਾਰ ਮਿਠਾਈ ਭੇਜੀ ਨਹੀਂ, ਜਿਹੜੀ ਅਸੀਂ ਭੇਜੀ ਉਹ ਲੈਣ ਤੋਂ ਇਨਕਾਰ ਕਰ ਦਿੱਤਾ ਜੀ। ਉਹਨਾਂ ਨੇ ਕਹਿਣਾ ਕਿ ਭਾਰਤ ਨੇ ਜਿਹੜਾ ਸੈਕਟਰੀ ਲੈਵਲ ਦੀ ਗੱਲਬਾਤ ਜਿਹੜੀ ਹੈ ਉਹਨੂੰ ਸਟਾਪ ਕੀਤਾ ਸੀ, ਇਸ ਕਰਕੇ ਭਾਰਤ ਪਹਿਲ ਕਰੇ। ਤਾਜ਼ਾ ਇਹ ਹੈ ਅੱਜ ਭਾਰਤ ਦੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਤੁਰਤ ਫੁਰਤ ਭਾਰਤ ਦੀਆਂ ਤਿੰਨਾਂ ਫੌਜਾਂ ਜਿਹੜੀਆਂ ਹੈ ਉਹਨਾਂ ਦੇ ਮੁਖੀਆਂ ਨੂੰ ਬੁਲਾਇਆ, ਉਹਨਾਂ ਦੇ ਚੀਫ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਹੈ। खबर यह है कि उधरों जी सरहद के उत्ते पाकिस्तान वाले पासों जी फौज है वो सरहद के नेड़े नेड़े जमा होने लग पई है, तो इधर भारत वालों भी तैयारी है। सो ये तो है सूरत हाल। और मसला ये होंदा क्यों है, मेरी अपनी समझ कहती है कि जदों दोनों मुल्कों के विच जिहड़ा इन्हां मुल्कों का आवाम है उहदियां जिहड़ियां लोड़ां उहदियां जरूरतां जां ਉਹਨਾਂ ਦੀਆਂ ਜਿਹੜੀਆਂ ਮੰਗਾਂ ਹੈ ਉਹਨਾਂ ਦੇ ਉੱਤੇ ਜੇ ਸਰਕਾਰਾਂ ਕੁਝ ਕਰਨ ਲਈ ਬੇਬਸ ਹੁੰਦੀ ਹੈ ਜਾਂ ਉਹਨਾਂ ਕੋਲ ਕਰਨ ਵਾਸਤੇ ਕੁਝ ਨਹੀਂ ਹੁੰਦਾ, ਅਕਾਊਂਟੇਬਿਲਿਟੀ ਜਿਹੜੀ ਆ ਸਰਕਾਰ ਦੀ ਉਹ ਕਿਤੇ ਨਾ ਕਿਤੇ ਫਿਰ ਦਾਗਦਾਰ ਹੁੰਦੀ ਹੈ ਤੇ ਫਿਰ ਜਵਾਬ ਦੇਣ ਦੀ ਥਾਂ ਦੇ ਉੱਤੇ ਉਹ ਸਰਹੱਦ ਦੇ ਉੱਤੇ ਉਹਦਾ ਮਾਹੌਲ ਕ੍ਰੀਏਟ ਕਰ ਦਿੰਦੇ ਹੈ ਤਾਂ ਜੋ ਜਿਹੜੇ ਲੋਕ ਹੈ ਉਹ ਹਕੂਮਤ ਨੂੰ ਕੁਐਸਚਨ ਨਾ ਕਰਨ। ਇਹਨਾਂ ਦਿਨਾਂ ਦੇ ਵਿੱਚ ਜਿੱਥੇ ਭਾਰਤ ਦੇ ਵਿੱਚ ਨਵੀਂ ਸਰਕਾਰ ਆਈ ਹੈ, ਭਾਰਤ ਦੀ ਸਰਕਾਰ ਜਿਹੜੀ ਆਈ ਨਵੀਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਅਗਵਾਈ ਨਰਿੰਦਰ ਮੋਦੀ ਕਰਦੇ ਹੈ ਜੀ, ਉਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਜਿਵੇਂ ਨਰਿੰਦਰ ਮੋਦੀ ਨੇ ਪ੍ਰਚਾਰ ਕੀਤਾ ਸੀ ਚੋਣ ਪ੍ਰਚਾਰ, ਉਸ ਚੋਣ ਪ੍ਰਚਾਰ ਦੇ ਵਿੱਚ ਜਿੰਨੀ ਤੱਤੀ ਭਾਸ਼ਾ ਵਰਤੀ ਗਈ, ਜਿਵੇਂ ਚੀਨ ਦੇ ਖਿਲਾਫ ਵੀ ਭਾਸ਼ਾ ਵਰਤੀ ਗਈ ਕਿ 1 ਇੰਚ ਵੀ ਜਿਹੜੀ ਜ਼ਮੀਨ ਹੈ ਚੀਨ ਜਿਹੜੀ ਹੈ ਚੀਨ ਨੂੰ ਨਹੀਂ ਛੱਡੀ ਜਾਏਗੀ, ਚੀਨ ਤੋਂ ਜ਼ਮੀਨ ਵਾਪਸ ਲਈ ਜਾਏਗੀ। ਪਾਕਿਸਤਾਨ ਦੇ ਖਿਲਾਫ ਵੀ ਤੱਤੀ ਬਿਆਨਬਾਜ਼ੀ ਇਸ ਹੱਦ ਤੱਕ ਕੀਤੀ ਗਈ कि एक बार नरेंद्र मोदी की सरकार आ जाए तो पाकिस्तान तो साडे कब्जे च हो जाएगा। इस तरह दी बयानबाजियां चोणां के दौरान करते रहे। वो एक वोट बैंक जिहड़ा उहनूं प्रभावित करने का यतन है। राष्ट्रवाद की भावना, अन्ना राष्ट्रवाद जिहड़ा वो जिहड़ा अन्ना राष्ट्रवाद है उहनूं कैश करने के यतन वजों इस तरह की भाषा की वरतों की गई चोणां के दौरान। हुण चोणां तो बाद मैं कहना कि जदों तुसीं ओपोजिशन च हुंदे हो उदों तुहाडी भूमिका होर हुंदी है, जदों तुसीं हुकूमत च आ जांदे हो तुहाडी भूमिका बदल जाती है। हुण चोणां तो पहला हुकूमत विच आउण दे यतन के दौरान थोड़ी तत्ती बयानबाजी भारतीय जनता पार्टी की लीडरशिप ने की थी, वो हुण हुकूमत बनाउण तो बाद उस भाषा नूं दोहरा नहीं सकदी जां वो भाषा मुड़ के नहीं यूज कर सकते। कारण ये है क्योंकि हुण तुसीं हुकूमत चों तुहानूं लोकां ने घेरना भी है, लोकां ने पुछना भी है। हुण लोकां ने घेरना है, लोग पुछण भी लग पए कि 6 महीने हो गए तुसीं कीता की है, जिन्हां ਦੀਆਂ ਜਿਹੜੀਆਂ ਭਾਵਨਾਵਾਂ ਨੂੰ ਐਕਸਪਲੋਇਟ ਕਰਕੇ ਤੁਸੀਂ ਵੋਟ ਹਾਸਲ ਕੀਤੀ ਹੈ ਉਹ ਲੋਕ ਤੁਹਾਨੂੰ ਪੁੱਛਦੇ ਔਰ ਤੁਹਾਡਾ ਜਿਹੜਾ 56 ਇੰਚ ਦਾ ਸੀਨਾ ਜਿਹੜਾ ਆ ਉਹ 6.5 ਇੰਚ ਦਾ ਕਿਉਂ ਰਹਿ ਗਿਆ, ਇਹ ਲੋਕ ਸਵਾਲ ਕਰਦੇ ਆ। ਲੋਕਾਂ ਦੀ ਜਿਹੜੇ ਸਵਾਲ ਹੈ ਉਹਨੂੰ ਟਾਲਣ ਵਾਸਤੇ ਫਿਰ ਕੋਈ ਨਾ ਕੋਈ ਮੁੱਦਾ ਚਾਹੀਦਾ, ਮੁੱਦਾ ਤੇ ਸਰਹੱਦ ਦੇ ਉੱਤੇ ਬਣਾ ਲਿਆ ਜਾਂਦਾ, ਸਰਹੱਦ 'ਚ ਟੈਨਸ਼ਨ ਕ੍ਰੀਏਟ ਕਰ ਦਿੱਤੀ ਜਾਂਦੀ ਹੈ। ਇਹਦੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਸਰਕਾਰ ਹੈ ਨਵਾਜ਼ ਸ਼ਰੀਫ ਦੀ ਸਰਕਾਰ ਇਸ ਵੇਲੇ ਉਹ ਬਹੁਤ ਜ਼ਿਆਦਾ ਮੁਸ਼ਕਿਲ ਹਾਲਾਤ ਵਿੱਚੋਂ ਲੰਘ ਰਹੀ ਹੈ। इमरान खान ते इस तो बिना होर बहुत सारे जिहड़े धार्मिक आगू है उन्होंने जिद्दां पार्लीमेंट नूं जाके घेरिया, जिद्दां नवाज शरीफ की रिहाइश तक वड़न दी जिहड़ियां स्कीमां उन्होंने घड़ लईआं, फायरिंग भी हुई, लोगों का जिहड़ा विद्रोह आ, जिहड़ा लोगों का गुस्सा है उस गुस्से नूं चैनलाइज कर दिता गया बॉर्डर पर आके। ਇਹ ਹਾਸਲ ਦੇ ਵਿੱਚ ਜਦੋਂ ਲੋਕ ਤੁਹਾਨੂੰ ਕੁਐਸਚਨ ਕਰ ਰਹੇ, ਲੋਕਾਂ ਨੂੰ ਜਵਾਬ ਦੇਣ ਵਾਸਤੇ ਤੁਹਾਡੇ ਕੋਲ ਕੁਝ ਹੈ ਨਹੀਂ, ਫਿਰ ਤੁਸੀਂ ਸਰਹੱਦ ਦੇ ਉੱਤੇ ਟੈਨਸ਼ਨ ਕ੍ਰੀਏਟ ਕਰ ਦਿੰਦੇ ਹੋ। ਅੱਜ ਅਸੀਂ ਇਹ ਗੱਲ ਕਰ ਰਹੇ, ਸਾਡੀ ਮਜਬੂਰੀ ਹੈ। ਅੱਜ ਅਸੀਂ ਭਾਰਤ ਦੇ ਭੁੱਖੇ ਲੋਕਾਂ ਦੀ ਗੱਲ, ਭਾਰਤ ਦੇ ਜਿਹੜੇ ਪੈਰੀ ਚੱਪਲਾਂ ਵਾਲਾ ਜਿਹੜਾ ਭਾਰਤ ਹੈ ਜਾਂ ਨੰਗੇ ਪੈਰਾਂ ਵਾਲਾ ਭਾਰਤ, ਅੱਜ ਅਸੀਂ ਉਹਦਾ ਜ਼ਿਕਰ ਨਹੀਂ ਕਰ ਰਹੇ। ਅੱਜ ਅਸੀਂ ਟੈਨਸ਼ਨ ਜਿਹੜੀ ਕ੍ਰੀਏਟ ਹੋ ਗਈ ਹੈ ਬਾਰਡਰ ਤੇ ਉਹਦੀ ਗੱਲ ਕਰ ਰਹੇ। ਇਹੀ ਸਫਲਤਾ ਹੈ ਹੁਕਮਰਾਨਾਂ ਦੀ। ਇੱਥੇ ਪਾਕਿਸਤਾਨ ਦੇ ਜਿਹੜੇ ਲੋਕ ਜਵਾਬ ਮੰਗਦੇ ਨਵਾਜ਼ ਸ਼ਰੀਫ ਤੋਂ, ਜਵਾਬ ਦੇਣ ਦੇ ਕਾਬਿਲ ਨਹੀਂ ਹੋ, ਤੇ ਫਿਰ ਟੈਨਸ਼ਨ ਕ੍ਰੀਏਟ ਕਰਕੇ ਜਿਹੜਾ ਪਾਕਿਸਤਾਨ ਦੇ ਲੋਕਾਂ ਦਾ ਜਿਹੜਾ ਗੁੱਸਾ ਹੈ ਉਹਨੂੰ ਚੈਨਲਾਈਜ਼ ਕਰ ਦਿੱਤਾ ਗਿਆ। ਇਹ ਤਾਂ ਹੈ ਅਸਲ ਦੇ ਵਿੱਚ ਕਾਰਨ। ਦੂਜੀ ਗੱਲ ਹੈ ਵੀ ਇਹਦਾ ਸਭ ਤੋਂ ਵੱਧ ਨੁਕਸਾਨ ਕਿਹਨੂੰ ਆ,
ਨਾ ਤਾਂ ਨਰਿੰਦਰ ਮੋਦੀ ਨੂੰ ਕੋਈ ਨੁਕਸਾਨ ਹੈ, ਨਾ ਭਾਰਤ ਦੇ ਕਿਸੇ ਮੰਤਰੀ ਨੂੰ ਨੁਕਸਾਨ ਹੈ, ਨਾ ਕਿਸੇ ਅਫਸਰ ਨੂੰ ਨੁਕਸਾਨ ਹੈ, ਨਾ ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਕੋਈ ਨੁਕਸਾਨ ਹੁੰਦਾ ਇਹਦੇ ਨਾਲ, ਨਾ ਉੱਥੋਂ ਦੀ ਅਫਸਰਸ਼ਾਹੀ ਦਾ ਨੁਕਸਾਨ ਹੁੰਦਾ। ਨੁਕਸਾਨ ਕਿਹੜਾ ਹੁੰਦਾ? ਜਿਹੜਾ ਬਾਰਡਰ ਦੇ ਉੱਤੇ ਪਾਕਿਸਤਾਨ ਵਾਲੇ ਪਾਸੇ ਜਿਹੜੇ ਸਧਾਰਨ ਲੋਕ ਪਿੰਡਾਂ 'ਚ ਰਹਿੰਦੇ ਆ ਉਹਨਾਂ ਦਾ ਨੁਕਸਾਨ ਹੁੰਦਾ, ਜਾਂ ਭਾਰਤ ਦੇ ਪਾਸੇ ਜਿਹੜੇ ਬਾਰਡਰ ਦੇ ਨਾਲ ਲੱਗਦੇ ਪਿੰਡਾਂ 'ਚ ਲੋਕ ਰਹਿੰਦੇ ਉਹਨਾਂ ਦਾ ਨੁਕਸਾਨ ਹੁੰਦਾ। ਮਰਦੇ ਉਹ ਆ ਤੇ ਪਿੰਡ ਛੱਡ ਕੇ ਆਪਣਾ ਘਰ-ਬਾਰ ਛੱਡ ਕੇ ਦੌੜਨਾ ਉਹਨਾਂ ਨੂੰ ਪੈਂਦਾ। ਜਿਹਦਾ ਮੈਂ ਜ਼ਿਕਰ ਕੀਤਾ 1500 ਲੋਕ ਸੁਰੱਖਿਆ ਟਿਕਾਣਿਆਂ ਤੇ ਪਹੁੰਚਾਤੇ। ਏਦਾਂ ਹੀ ਭਾਰਤ ਤੇ ਪਾਕਿਸਤਾਨ ਵਾਲੇ ਪਾਸੇ ਦੋਹਾਂ ਪਾਸਿਆਂ ਤੋਂ ਜਿਹੜੇ ਪਿੰਡਾਂ 'ਚ ਲੋਕ ਰਹਿੰਦੇ ਆ ਜਿੱਥੇ ਆ ਕੇ ਗੋਲੇ ਡਿੱਗਦੇ ਆ ਉਹਨਾਂ ਦਾ ਰਹਿਣਾ ਦੂਭਰ ਹੋਇਆ ਪਿਆ। ਸਾਲ ਦੇ ਵਿੱਚ 4 ਵਾਰੀ ਦੌੜਦੇ ਆਪਣੇ ਘਰ ਛੱਡ ਕੇ। ਉਹ ਇਹ ਹੈ ਤਕਲੀਫ ਸਭ ਤੋਂ ਵੱਡੀ। ਇਹਦੀ ਤਕਲੀਫ ਦੀ ਗੱਲ ਕੋਈ ਨਹੀਂ ਕਰ ਰਿਹਾ। ਇੱਕ ਦੂਜੇ ਤੇ ਹਮਲਾ ਕਰਨ ਦੀਆਂ ਗੱਲਾਂ ਹੋ ਰਹੀਆਂ। ਉਹ ਜਿਹੜੇ ਬਾਰਡਰ ਤੇ ਲੋਕ ਬੈਠੇ ਆ, ਜਿਹੜੇ ਉੱਥੇ ਬਾਰਡਰ ਦੇ ਉੱਤੇ ਕਿਸਾਨ ਬੈਠੇ ਆ ਜਿਹਨਾਂ ਦੇ ਪੱਲੇ ਕੁਝ ਨਹੀਂ, 2 ਵਕਤ ਦੀ ਰੋਟੀ ਤੱਕ ਨਹੀਂ ਉਹਨਾਂ ਦੀ ਜੁੜਦੀ ਤੇ ਸਾਰਾ ਦਿਨ ਤੇ ਸਾਰੀ ਰਾਤ ਦਹਿਸ਼ਤ 'ਚ ਉਹ ਕੱਢਦੇ ਆ, ਪਤਾ ਨਹੀਂ ਕਿੱਧਰੋਂ ਗੋਲੀ ਆ ਕੇ ਵੱਜ ਜਾਣੀ ਹੈ। ਉਹਨਾਂ ਦੀ ਤਕਲੀਫ ਦੀ ਗੱਲ ਨਾ ਪਾਕਿਸਤਾਨ ਦੀ ਹੁਕੂਮਤ ਕਰੇ ਨਾ ਭਾਰਤ ਦੀ ਹੁਕੂਮਤ ਕਰੇ। ਇਹ ਸਾਰੀਆਂ ਸਿਚੁਏਸ਼ਨ ਦੇ ਵਿੱਚ ਤੁਸੀਂ ਰਾਏ ਆਪਣੀ ਬਣਾ ਸਕਦੇ ਹੋ ਵੀ ਅਸਲ ਦੇ ਵਿੱਚ ਇਹਦੇ ਕਾਰਨ ਕੀ ਹੈ। ਕਾਰਨ ਸਾਡੀ ਬਹੁਤ ਡਲਟੀ ਕਿਸਮ ਦੀ ਜਿਹੜੀ ਸਤਾ ਦੀ ਜਿਹੜੀ ਪੋਲਿਟਿਕਸ ਹੈ ਉਹੀ ਹੈ ਜੀ। ਜੀ ਤੇ ਅੱਗੇ ਗੱਲ ਕਰੀਏ ਜੀ, ਜਿਸ ਤਰ੍ਹਾਂ 2 ਮੁੰਡੇ ਉਹ ਮਾਰ ਦਿੱਤੇ ਆ ਪੁਲਿਸ ਨੇ ਤੇ ਉਹਨਾਂ ਨੂੰ ਲੈ ਕੇ ਜਿਹੜੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਆ ਉਸ ਦੇ ਵਿਰੋਧ ਦੇ ਵਿੱਚ ਕਿ ਪੁਲਿਸ ਨੇ ਇਸ ਤਰ੍ਹਾਂ ਕਿਉਂ ਕੀਤਾ ਆ, ਤੇ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਆ। ਤੇ ਇਹ ਵੈਸੇ ਤਾਂ ਇੱਕ ਚੰਗੀ ਗੱਲ ਆ ਕਿ ਜਿਹੜੇ ਇੰਨੇ ਇਸ ਚੀਜ਼ ਦੇ ਖਿਲਾਫ ਆ ਸਾਰੇ ਤੁਰੇ ਆ। ਤੇ ਅੱਗੇ ਤੁਸੀਂ ਕੀ ਸੋਚਦੇ ਕਿ ਇਸ ਦਾ ਜਿਹੜਾ ਜੋ ਵੀ ਪਿੱਛੇ ਸਟੋਰੀਆਂ ਆ ਰਹੀਆਂ ਆ ਕਿ ਇਸ ਦਾ ਕੋਈ ਨਾ ਕੋਈ ਜਿਹੜਾ ਪਰਿਵਾਰ ਆ ਉਹਨਾਂ ਨੂੰ ਇਸ ਦਾ ਕੋਈ ਮਿਲੂਗਾ ਫੈਸਲਾ? ਦੇਖੋ ਗੱਲ ਹੈ ਵੀ ਪੰਜਾਬ ਦੀ ਹਿਸਟਰੀ ਦੇ ਵਿੱਚ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਖਾਸ ਤੌਰ ਤੇ ਪਿਛਲੇ 20-25 ਸਾਲਾਂ ਦੇ ਵਿੱਚ ਜਿੱਦਾਂ ਹਕੂਮਤਾਂ ਨੇ ਲੋਕਾਂ ਵੱਲ ਪਿੱਠ ਕਰ ਲਈ ਹੈ, ਹੁਕੂਮਤ ਕਿਸੇ ਦੀ ਵੀ ਹੋਵੇ ਜੀ, ਚਾਹੇ ਉਹ ਕੈਪਟਨ ਸਾਹਿਬ ਦੀ ਸੀ ਪੰਜਾਬ ਦੇ ਵਿੱਚ, ਚਾਹੇ ਬਾਦਲਾਂ ਦੀ ਹੁਣ, ਹਕੂਮਤਾਂ ਨੇ ਲੋਕਾਂ ਦੇ ਵੱਲ ਪਿੱਠ ਕੀਤੀ ਹੋਈ ਹੈ। ਇੱਕੋ ਦਿਨ ਹੁੰਦਾ ਜਿੱਦਣ ਵੋਟਰ ਨੂੰ ਬਾਦਸ਼ਾਹ ਬਣਾਉਂਦੇ ਹੈ, ਜਿੱਦਣ ਵੋਟ ਪੈਣੀ ਹੈ ਨਾ ਉਦੋਂ ਹੀ ਇਹ ਜਿਹੜੇ ਲੋਕ ਹੈ ਇਹ ਆ ਕੇ ਜਿਹੜਾ ਵੋਟਰ ਹੈ ਉਹ ਬੰਦਾ ਨਹੀਂ ਸਮਝਦੇ, ਵੋਟਰ ਹੀ ਸਮਝਦੇ ਆ, ਉਹਨਾਂ ਦੇ ਪੈਰੀ ਤੱਕ ਪੈਣ ਨੂੰ ਜਾਂਦੇ ਹੈ। ਇਸ ਤੋਂ ਬਿਨਾਂ ਤੁਸੀਂ 5 ਸਾਲਾਂ ਦੇ ਵਿੱਚ ਹੋਰ ਕੋਈ ਦਿਨ ਨਹੀਂ ਜਦੋਂ ਤੁਸੀਂ ਹਕੂਮਤ ਨੂੰ ਲੋਕਾਂ ਦੇ ਰੂਬਰੂ ਹੁੰਦੇ ਦੇਖੋ। ਜਿਹੜੇ ਸੰਗਤ ਦਰਸ਼ਨ ਕੀਤੇ ਜਾਂਦੇ ਆ ਉਹ ਸਿਰਫ ਤੇ ਸਿਰਫ ਇੱਕ ਤਮਾਸ਼ਾ ਹੈ। ਸੰਗਤ ਦਰਸ਼ਨ ਦੇ ਵਿੱਚ ਤਾਂ ਦਰਬਾਰ ਜਿਹੜਾ ਲੱਗਾ ਹੁੰਦਾ ਉਹਦੇ ਵਿੱਚ ਤਾਂ ਸੰਗਤ ਰੁਲਦੀ ਹੈ। ਇਸ ਕਰਕੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਤਾਂ ਫਿਰ ਇਹ ਜਿਹੜੇ ਲੋਕ ਪੀੜਤ ਹੁੰਦੇ ਆ ਜਾਂ ਉਹਨਾਂ ਨਾਲ ਜੁੜੇ ਹੋਏ ਲੋਕ ਹੁੰਦੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਅਸੀਂ ਕਰੀਏ ਕੀ। ਹੁਣ ਇਸ ਮਾਮਲੇ ਦੇ ਵਿੱਚ ਲੁਧਿਆਣੇ ਦੇ ਜਮਾਲਪੁਰ ਇਲਾਕੇ ਦੇ ਵਿੱਚ ਜਿਹੜਾ 2 ਭਰਾਵਾਂ ਨੂੰ ਮਾਰਿਆ ਗਿਆ, ਤੁਸੀਂ ਅੰਦਾਜ਼ਾ ਕਰੋ ਕਿੱਥੇ ਕਾਨੂੰਨ ਦਾ ਰਾਜ ਚਲਾ ਗਿਆ। ਪੁਲਿਸ ਨੇ ਹਾਲੇ ਤੱਕ FIR ਦਰਜ ਨਹੀਂ ਕੀਤੀ ਇਸ ਮਾਮਲੇ 'ਚ। ਜਿਵੇਂ ਕਿਹਾ ਜੀ ਉਹਨੂੰ ਸਸਪੈਂਡ ਕਰ ਦਿਓ ਜੀ, ਕਿਸੇ ਨੂੰ ਬਦਲ ਦਿਓ, ਪੁਲਿਸ ਵਾਲੇ ਨੂੰ, ਕਿਸੇ SSP ਨੂੰ ਬਦਲ ਦਿਓ। ਕਿਸੇ SSP ਨੂੰ ਬਦਲ ਦੇਣ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ। ਜੇ ਅੱਜ ਜਿੱਥੇ SP ਹੈਗਾ ਉਹਨੂੰ ਬਦਲ ਕੇ ਤੁਸੀਂ ਜਿੱਥੇ ਭੇਜੋਗੇ ਉੱਥੇ ਕਿਹੜਾ ਉਹਨੇ ਕੋਈ ਚੰਗਾ ਕੰਮ ਕਰ ਦੇਣਾ। ਨਾ ਕਿਸੇ ਨੂੰ ਸਸਪੈਂਡ ਕਰਕੇ ਮਸਲੇ ਹੱਲ ਹੁੰਦੇ ਆ। ਤੁਸੀਂ ਹਾਲੇ ਤੱਕ FIR ਵੀ ਦਰਜ ਨਹੀਂ ਕੀਤੀ। ਅੱਛਾ, ਇੰਨਾ ਪ੍ਰੈਸ਼ਰ ਪਾਤਾ ਲੋਕਾਂ ਨੇ ਹੁਣ ਵੀ ਸਰਕਾਰ ਕਹਿ ਰਹੀ ਹੈ ਵੀ ਅਸੀਂ ਕਰਦੇ ਹਾਂ ਜੀ ਦਾ ਫੈਸਲਾ ਕਰਾਂਗੇ, ਜਾਂਚ ਕਰਾਵਾਂਗੇ। ਪ੍ਰੈਸ਼ਰ ਦੇ ਬਾਵਜੂਦ ਵੀ, ਲੋਕਾਂ ਦੇ ਪ੍ਰੈਸ਼ਰ ਦੇ ਬਾਵਜੂਦ ਵੀ ਸਰਕਾਰ ਵੱਲੋਂ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ FIR ਨਾ ਦਰਜ ਕਰਨਾ ਸਿਰੇ ਦੀ ਨਲਾਇਕੀ ਦਿਖਾਈ ਦਿੰਦੀ ਜਾਂ ਸਿਰੇ ਦਾ ਹੰਕਾਰ ਦਿਖਾਈ ਦਿੰਦਾ ਹੈ। ਹੁਣ ਇਹ ਸਾਰੀ ਗੱਲ ਤੋਂ ਜਿਹੜਾ ਕੱਲ ਵੀ ਇੱਕ ਗੁੱਸਾ ਲਾਜ਼ਮੀ ਤੌਰ ਤੇ ਆਉਣਾ ਹੀ ਹੈ ਤੇ ਇੱਕ ਐਕਸ਼ਨ ਕਮੇਟੀ ਬਣਾ ਦਿੱਤੀ ਗਈ ਹੈ। ਕੱਲ ਜਿਹੜਾ ਪਿੰਡ ਹੈ ਇਹਨਾਂ 2 ਭਰਾਵਾਂ ਦਾ, ਉਸ ਪਿੰਡ ਦੇ ਵਿੱਚ ਬੋਪੁਰ ਪਿੰਡ ਦਾ ਨਾਂ ਆ, ਉੱਥੇ ਬਕਾਇਦਾ ਭੋਗ ਪਾਇਆ ਗਿਆ 2 ਭਰਾਵਾਂ ਦਾ। ਤਾਂ ਲਗਭਗ ਸਾਰੀਆਂ ਪਾਰਟੀਆਂ ਦੇ, ਵਿਰੋਧੀ ਪਾਰਟੀਆਂ ਦੇ ਲੋਕ ਆਏ ਉੱਥੇ। ਅਕਾਲੀਆਂ ਦੇ ਤਾਂ ਕੀ ਆਉਣਾ ਸੀ, ਪਰ ਚੰਗੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਰਕਾਰ ਵਿੱਚ ਸ਼ਾਮਲ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਾਬਕਾ ਵਿਧਾਇਕ ਹੈ ਲਕਸ਼ਮੀਕਾਂਤਾ ਚਾਵਲਾ, ਉਹ ਜ਼ਰੂਰ ਇੱਥੇ ਆਈ। ਉਹਨੇ ਕਿਹਾ ਮੈਂ ਪਾਰਟੀ ਦੇ ਲੈਵਲ ਤੋਂ ਉੱਠ ਕੇ ਇਸ ਪਰਿਵਾਰ ਦੇ ਨਾਲ ਆ, ਤਾਂ ਜਿਹੜੀ ਵੀ ਜੁਆਇੰਟ ਐਕਸ਼ਨ ਕਮੇਟੀ ਬਣੇਗੀ ਜਾਂ ਬਣ ਰਹੀ ਹੈ ਉਹਦੇ ਵਿੱਚ ਵੀ ਮੈਂ ਪੂਰਾ ਜਿਹੜਾ ਮਦਦ ਕਰਾਂਗੀ। ਲਕਸ਼ਮੀਕਾਂਤਾ ਚਾਵਲਾ ਪਹਿਲਾਂ ਵੀ ਥੋੜੇ ਵੱਖਰੇ ਸਟਾਈਲ ਲੈਂਦੀ ਸੀ ਭਾਰਤੀ ਜਨਤਾ ਪਾਰਟੀ ਨਾਲੋਂ। ਬਾਕੀ ਜਿਹੜੇ ਲੋਕ ਸੀ ਉਹਦੇ 'ਚ ਆਮ ਆਦਮੀ ਪਾਰਟੀ ਦੇ MP ਸੀ ਭਗਵੰਤ ਮਾਨ ਤੋਂ ਲੈ ਕੇ HS ਫੂਲਕਾ ਤੱਕ, ਤੇ ਨਾਲ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਸੀ, ਕਾਂਗਰਸ ਪਾਰਟੀ ਦੇ ਲੋਕ ਵੀ ਸੀ, ਸੁਖਪਾਲ ਸੁਖਹਿਰਾ ਵੀ ਸੀ,
ਤੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਫਿਰ ਤੋਂ ਪ੍ਰੈਜ਼ੀਡੈਂਟ ਬਣਾਏ ਗਏ ਅਵਤਾਰ ਕਰੀਮਪੁਰੀ ਵੀ ਸੀ। CPIM ਦੇ ਤਰਸੇਮ ਜੋਧਾ ਸੀ ਸਾਬਕਾ MLA। ਸੋ ਇਹਨਾਂ ਲੋਕਾਂ ਨੇ ਰਲ ਕੇ ਉੱਥੇ ਜਿਹੜਾ ਭੋਗ ਹੋਇਆ ਉੱਥੇ ਬਕਾਇਦਾ ਫੈਸਲਾ ਕੀਤਾ ਵੀ ਇਹਨਾਂ ਫਰਜ਼ੀ ਮੁਕਾਬਲੇ 'ਚ ਮਾਰੇ ਗਏ ਦੋਵਾਂ ਭਰਾਵਾਂ ਹਰਿੰਦਰ ਤੇ ਜਤਿੰਦਰ ਨੂੰ ਇਨਸਾਫ ਦਿਵਾਉਣ ਵਾਸਤੇ ਜੁਆਇੰਟ ਐਕਸ਼ਨ ਕਮੇਟੀ ਬਣਾਈ ਜਾਏ। ਚੰਗੀ ਗੱਲ ਇਹ ਹੋਈ ਜਿਹੜਾ ਭੋਗ ਪਾਇਆ ਗਿਆ ਜੀ, ਇਹ ਸਾਰਾ ਪ੍ਰੋਗਰਾਮ ਜਿਹੜਾ ਦੇਖਿਆ ਗਿਆ ਚ ਅਹਿਮ ਪਹਿਲੂ ਜਿਹੜਾ ਦੱਸਿਆ ਜਾ ਰਿਹਾ ਵੀ ਸਾਰਾ ਪ੍ਰੋਗਰਾਮ ਇੱਕ ਸੈਲਫ ਮੋਟੀਵੇਟਡ ਪ੍ਰੋਗਰਾਮ ਹੋ ਗਿਆ। ਪਿੰਡ ਦੀ ਪੰਚਾਇਤ ਨੇ ਲੰਗਰ ਲਾਇਆ ਉੱਥੇ ਜੀ, ਪੰਡਾਲ ਤੱਕ ਦੇ ਸਾਰੇ ਇੰਤਜ਼ਾਮ ਕੀਤੇ। ਬਹੁਤ ਸਾਰੀਆਂ ਪਾਰਟੀਆਂ ਦੇ ਵਰਕਰ ਬਿਨਾਂ ਬੁਲਾਏ ਆ ਕੇ ਤੇ ਵਲੰਟੀਅਰ ਦੇ ਤੌਰ ਤੇ ਕੰਮ ਕਰ ਰਹੇ ਸੀ, ਲੋਕਾਂ ਨੂੰ ਪਾਣੀ ਪਿਆ ਰਹੇ ਸੀ। ਇਹ ਭਾਵਨਾ ਜਿਹੜੀ ਹੈ, ਇਸ ਭਾਵਨਾ ਨੇ ਇੱਕ ਜੁਆਇੰਟ ਐਕਸ਼ਨ ਕਮੇਟੀ ਬਣਾ ਦਿੱਤੀ ਆ। ਉਹ ਜੁਆਇੰਟ ਐਕਸ਼ਨ ਕਮੇਟੀ ਦੇ ਜਿਹੜੇ ਦੀ ਕਮਾਨ ਜਿਹੜੀ ਹੈ ਉਹ 2 ਲੀਡਰਾਂ ਨੂੰ ਸੌਂਪੀ ਗਈ ਹੈ। ਇੱਕ ਤਾਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਦੂਜਾ ਕਿਲ੍ਹਾ ਰਾਏਪੁਰ ਤੋਂ ਸਾਬਕਾ MLA ਤੇ CPIM ਦੇ ਆਗੂ ਕਾਮਰੇਡ ਤਰਸੇਮ ਜੋਧਾ। ਤੇ ਤਰਸੇਮ ਜੋਧਾ ਜਿਹੜੇ ਹੈ ਇਹਨਾਂ ਦਾ ਜਿਹੜਾ ਪੂਰਾ ਜੀਵਨ ਪਿਛਲੇ ਸਮੇਂ 'ਚ ਅਸੀਂ ਦੇਖਿਆ ਵੀ ਇਹ ਕਾਫੀ ਇਸ ਕਿਸਮ ਦਾ ਜੀਵਨ ਰਿਹਾ, ਲੜਾਕਾ ਜੀਵਨ, ਜਾਣੀ ਬਹੁਤੇ ਜਨਤਕ ਮਾਜਾਂ ਤੇ ਉਹ ਲੜਦੇ ਹੀ ਨਜ਼ਰ ਆਏ ਆ। ਇਸ ਕਰਕੇ ਉਹਨਾਂ ਦਾ ਇੱਕ ਤਜਰਬਾ ਵੀ ਹੈ ਇੱਦਾਂ ਦੀਆਂ ਲੜਾਈਆਂ ਦਾ। ਭਗਵੰਤ ਮਾਨ ਨਵੇਂ ਆਏ ਨੇ ਪਰ ਉਹ ਬਹੁਤ ਜ਼ਿਆਦਾ ਮੁੱਦੇ ਜਿਹੜੇ ਇਸ ਕਿਸਮ ਦੇ ਚੁੱਕ ਰਹੇ ਨੇ ਤੇ ਲੱਗਦਾ ਹੈ ਕਿ ਤਰਸੇਮ ਜੋਧਾ ਤੇ ਭਗਵੰਤ ਮਾਨ ਦੀ ਅਗਵਾਈ 'ਚ ਜਿਹੜੀ ਬਾਕੀ ਕਮੇਟੀ ਜਿਹੜੀ ਬਣੇਗੀ ਉਹ ਕੌਣ ਹੋਣਗੇ ਉਹ 10 ਅਕਤੂਬਰ ਨੂੰ 11 ਵਜੇ ਮੀਟਿੰਗ ਕਰਕੇ ਉਹਨਾਂ ਨਾਮਾਂ ਦਾ ਐਲਾਨ ਹੋਏਗਾ। ਫਿਰ ਉਸ ਤੋਂ ਬਾਅਦ ਇੱਕ ਪੂਰਾ ਜਹਾਜ਼ ਜਿਹੜਾ ਹੈ ਉਹ ਚੱਲੇਗਾ ਪੰਜਾਬ 'ਚ। ਲੱਗਦਾ ਹੈ ਅਕਾਲੀ BJP ਸਰਕਾਰ ਨੂੰ ਇਹ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਇਹਨਾਂ ਮੁੱਦਿਆਂ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਘੇਰਨ ਵਾਲੀ ਹੈ। ਅਸੀਂ ਪਹਿਲਾਂ ਵੀ ਦੇਖਿਆ ਕਿਰਨਦੀਪ ਕਾਂਡ ਜਿਹੜਾ ਹੋਇਆ, ਇੱਕ ਬੱਚੀ ਦੇ ਨਾਲ ਰੇਪ ਹੋਇਆ ਸੀ ਮਹਿਲ ਕਲਾਂ ਦੇ ਵਿੱਚ, ਤੇ ਕਿਰਨਦੀਪ ਕਾਂਡ ਦੇ ਵਿੱਚ ਜਿੱਦਾਂ ਜੁਆਇੰਟ ਐਕਸ਼ਨ ਕਮੇਟੀ ਬਣੀ, ਹਕੂਮਤ ਨੇ ਉਸ ਜੁਆਇੰਟ ਐਕਸ਼ਨ ਕਮੇਟੀ ਨੂੰ ਤੋੜਨ ਵਾਸਤੇ ਬੜੇ ਪਾਪੜ ਵੇਲੇ ਸੀ। ਸਗੋਂ ਜੁਆਇੰਟ ਐਕਸ਼ਨ ਕਮੇਟੀ ਦੇ ਬਹੁਤ ਸਾਰੇ ਆਗੂਆਂ ਨੂੰ ਝੂਠੇ ਮੁਕੱਦਮੇ ਦੇ ਲਾ ਕੇ ਜਿਹੜਾ ਜੇਲ੍ਹਾਂ 'ਚ ਸੁੱਟ ਦਿੱਤਾ ਗਿਆ ਸੀ, ਪਰ ਅਲਟੀਮੇਟਲੀ ਉੱਥੇ ਜਿੱਤ ਹਾਸਲ ਹੋਈ ਸੀ। ਹੁਣ ਵੀ ਜੇ ਲੋਕ ਚਾਹੁਣ ਇਸ ਜੁਆਇੰਟ ਐਕਸ਼ਨ ਕਮੇਟੀ ਨਾਲ ਜੁੜ ਕੇ ਪੰਜਾਬ ਦੇ ਵਿੱਚ ਜਿਹੜੀ ਪੁਲਿਸ ਦੀਆਂ ਜ਼ਿਆਦਤੀਆਂ ਆ, ਇਸ ਘਟਨਾ ਦੇ ਬਹਾਨੇ ਉਹਨਾਂ ਜ਼ਿਆਦਤੀਆਂ ਦੇ ਖਿਲਾਫ ਇੱਕ ਵੱਡਾ ਅੰਦੋਲਨ ਖੜਾ ਕੀਤਾ ਜਾ ਸਕਦਾ ਹੈ ਤੇ ਉਹ ਅੰਦੋਲਨ ਲਾਜ਼ਮੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕੁਝ ਚੰਗਾ ਕਰੇਗਾ, ਪੰਜਾਬ ਦਾ ਭਵਿੱਖ ਬਿਹਤਰ ਹੋਵੇ। ਇਹਦੇ ਵਾਸਤੇ ਇਸ ਅੰਦੋਲਨ ਦੇ ਨਾਲ ਲੋਕਾਂ ਦਾ ਜੁੜਨਾ ਜਿਹੜਾ ਬੜਾ ਮਹੱਤਵਪੂਰਨ ਹੈ। ਸਿਰਫ ਗੱਲਾਂ ਹੀ ਨਾ ਹੋਣ, ਜੁਆਇੰਟ ਐਕਸ਼ਨ ਕਮੇਟੀ ਕੰਮ ਕਰੇਗੀ, ਇਹ ਸਾਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਤੇ ਲੋਕਾਂ ਦਾ ਵੀ ਪੂਰਾ ਸਾਥ ਹੋਏਗਾ ਤੇ ਘੱਟੋ ਘੱਟ ਪੰਜਾਬ ਦੀ ਹੁਕੂਮਤ ਜਿਹੜੀ ਹੈ ਉਹਨੂੰ ਜ਼ਰੂਰ ਇਹ ਕੱਢ ਹੋ ਜਾਣਗੇ ਕਿ ਜੇ ਹਾਲੇ ਵੀ ਤੁਸੀਂ ਸਟੈਪ ਨਹੀਂ ਚੁੱਕਦੇ ਪੁਲਿਸ ਦੀਆਂ ਜ਼ਿਆਦਤੀਆਂ ਦੇ ਖਿਲਾਫ, ਹਾਲੇ ਵੀ ਤੁਸੀਂ FIR ਤੱਕ ਦਰਜ ਨਹੀਂ ਕਰਦੇ, ਤਾਂ ਫਿਰ ਆਉਣ ਵਾਲਾ ਸਮਾਂ ਤੁਹਾਡੇ ਵਾਸਤੇ ਵੀ ਬਹੁਤਾ ਸੌਖਾ ਸਮਾਂ ਨਹੀਂ ਰਹਿਣਾ। 2017 ਦੀਆਂ ਵਿਧਾਨ ਸਭਾ ਚੋਣਾਂ ਕੋਈ ਬਹੁਤੀਆਂ ਦੂਰ ਨਹੀਂ ਜੀ। ਜੀ ਤੇ ਅੱਗੇ ਗੱਲ ਕਰੀਏ ਜੀ, ਹਰਿਆਣੇ ਦੇ ਵਿੱਚ ਹੋ ਰਹੀਆਂ ਜਿਹੜੀਆਂ ਇਲੈਕਸ਼ਨਾਂ ਆ ਤੇ BJP ਨੇ ਉੱਥੇ ਨਵਜੋਤ ਸਿੱਧੂ ਨੂੰ ਸਟਾਰ ਪ੍ਰਚਾਰਕ ਬਣਾਏ ਆ ਤੇ ਸਟਾਰ ਪ੍ਰਚਾਰਕ ਵੀ ਉੱਥੇ ਬਣਾਇਆ ਜਿੱਥੇ ਅਕਾਲੀਆਂ ਨੇ ਬੰਦੇ ਖੜੇ ਕੀਤੇ ਆ। ਤੇ ਇਸ ਦੇ ਨਾਲ ਲੱਗਦਾ ਮੇਰਾ ਦੂਸਰਾ ਇਹ ਸਵਾਲ ਹੋਊਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ BJP ਦਾ ਕੋਈ ਜੇ ਉਹਨਾਂ ਨੇ ਲੀਡਰ ਚੁਣਨਾ ਹੋਇਆ ਪੰਜਾਬ ਦੇ ਵਿੱਚ, ਪੰਜਾਬ ਦੀ ਬਾਗਡੋਰ ਦੇਣੀ ਪਈ ਤੇ ਕੀ ਉਹ ਨਵਜੋਤ ਸਿੱਧੂ ਨੂੰ ਇਸ਼ਾਰਾ ਨਹੀਂ ਕਿ ਉਹਨੂੰ ਚੁਣਨਗੇ? ਦੇਖੋ ਹਰਿਆਣੇ ਦੇ ਵਿੱਚ ਜਿਹੜੀ ਪੋਲੀਟੀਕਲ ਸਿਚੁਏਸ਼ਨ ਜਿਹੜੀ ਇਸ ਵੇਲੇ ਕ੍ਰੀਏਟ ਹੋ ਰਹੀ ਹੈ ਉਹਦੇ ਵਿੱਚ ਬੜੀ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਪੰਜਾਬ ਦੇ ਵਿੱਚ ਤੁਸੀਂ ਭਾਰਤੀ ਜਨਤਾ ਪਾਰਟੀ ਰਲ ਕੇ ਸਰਕਾਰ ਚਲਾ ਰਹੇ ਹੋ। ਦਿੱਲੀ 'ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਜਿਹੜੀ ਸਰਕਾਰ ਹੈ ਨਰਿੰਦਰ ਮੋਦੀ ਦੀ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਹੈ ਉਹ ਮੰਤਰੀ ਹੈ। ਹਰਿਆਣੇ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਸਾਡਾ ਤਾਂ ਜਿਹੜਾ ਪਰਿਵਾਰਕ ਸਾਂਝ ਹੈ ਚੌਟਾਲਿਆਂ ਦੇ ਨਾਲ, ਪੱਗਵਟ ਭਰਾ ਮੈਂ ਤਾਂ ਚੌਟਾਲੇ ਦਾ, ਇਹ ਲੌਜੀਕਲੀ ਗੱਲ ਠੀਕ ਨਹੀਂ ਹੈ, ਇਹ ਨੈਤਿਕਤਾ ਵੀ ਨਹੀਂ ਹੈ। ਸਿਆਸੀ ਤੌਰ ਦੇ ਉੱਤੇ ਇਹ ਕੋਈ ਨੈਤਿਕਤਾ ਨਹੀਂ ਹੈ ਕਿ ਤੁਸੀਂ ਗੱਠਜੋੜ ਦੇ ਵਿੱਚ ਹੋ, ਇੱਕ ਸਾਂਝੀ ਗੱਠਜੋੜ ਦੇ ਵਿੱਚ, ਤੇ ਤੁਸੀਂ ਇਹ ਕਹਿ ਕੇ ਕਿ ਸਾਡੀ ਪਰਿਵਾਰਕ ਨੇੜਤਾ ਇਸ ਕਰਕੇ ਅਸੀਂ BJP ਦੇ ਨਾਲ ਨਹੀਂ, ਅਸੀਂ ਚੌਟਾਲਿਆਂ ਦੇ ਨਾਲ। ਉਧਰ BJP ਤੇ ਵੀ ਹੈਰਾਨੀ ਹੁੰਦੀ ਹੈ ਤੇ BJP ਜਿਹੜੀ ਆਪਣੇ ਆਪ ਨੂੰ ਬਹੁਤ ਹੀ ਅਨੁਸ਼ਾਸਨਬੱਧ ਪਾਰਟੀ ਕਹਾਉਂਦੀ ਰਹੀ ਹੈ, ਕਾਂਗਰਸ ਪਾਰਟੀ ਕਹਾਉਂਦੀ ਰਹੀ ਹੈ, ਤੇ BJP ਕਿੱਦਾਂ ਬਰਦਾਸ਼ਤ ਕਰ ਰਹੀ ਹੈ ਕਿ ਜੁੜ ਦਾ ਇੱਕ ਸਾਥੀ ਦਿੱਲੀ 'ਚ ਉਹਦੇ ਨਾਲ ਮੰਤਰੀ ਦੀ ਕੁਰਸੀ ਤੇ ਬੈਠਾ ਹੋਵੇ, ਪੰਜਾਬ ਦੇ ਵਿੱਚ ਉਹਦਾ ਸਾਂਝੀ ਸਰਕਾਰ ਦਾ ਮੁੱਖ ਮੰਤਰੀ ਹੋਵੇ ਤੇ ਹਰਿਆਣੇ ਦੇ ਵਿੱਚ ਉਹ BJP ਦੇ ਖਿਲਾਫ ਲੜ ਰਿਹਾ ਹੋਵੇ ਤੇ BJP ਹਾਲੇ ਵੀ ਚੁੱਪ ਬੈਠੀ ਹੋਵੇ। ਜਾਂ ਤਾਂ BJP ਨਾਲ ਦੀ ਨਾਲ ਪੰਜਾਬ ਦੇ ਵਿੱਚ ਹਮਾਇਤ ਵਾਪਸ ਲਵੇ। ਪੰਜਾਬ ਦੇ ਵਿੱਚ ਜਿਹੜੀ ਅਕਾਲੀ ਦਲ ਨੂੰ ਹਮਾਇਤ ਦਿੱਤੀ ਹੈ BJP ਨੇ,
ਉਹਨੂੰ ਤੁਰੰਤ ਜੇ ਸੱਚਮੁੱਚ ਬੀਜੇਪੀ ਅਨੁਸ਼ਾਸਿਤ ਪਾਰਟੀ ਹੁੰਦੀ ਜਾਂ ਬੀਜੇਪੀ ਅਸੂਲਨ ਪਾਰਟੀ ਹੁੰਦੀ, 1 ਸੈਕਿੰਡ ਦੇ ਵਿੱਚ ਉਹ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਨੂੰ ਹਮਾਇਤ ਕਰ ਰਹੀ ਆਪਣੇ ਮੰਤਰੀ ਵਾਪਸ ਹੋ ਜਾਂਦੀ। ਬੀਜੇਪੀ ਵੀ ਕੁਛ ਨਹੀਂ ਕਰ ਰਹੀ। ਅਕਾਲੀ ਦਲ ਜਿਹੜਾ ਆ ਉਹ ਆਪਣੇ ਤਰੀਕੇ ਨਾਲ ਹਰਿਆਣੇ ਦੇ ਵਿੱਚ ਪ੍ਰਚਾਰ ਕਰ ਰਿਹਾ। ਜਿਹੜੇ ਲੋਕਦਲ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾ ਕੇ ਆਏ ਆ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕੱਲ੍ਹ ਬਾਦਲ ਹੋਰਾਂ ਨੇ ਵੀ ਮੈਂ ਬੀਜੇਪੀ ਕਰਕੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਹੈਗਾ, ਮੈਂ ਤਾਂ ਆਹ ਜਿਹੜੇ ਚਟਾਲੇ ਆ ਇਹਨਾਂ ਕਰਕੇ ਪੰਜਾਬ ਦਾ ਮੁੱਖ ਮੰਤਰੀ ਆ। ਇਹਨਾਂ ਦੇ ਇੱਕ ਵਰਕਰ ਨੇ ਜਾ ਕੇ ਪੰਜਾਬ 'ਚ ਸਾਡੀ ਮਦਦ ਕੀਤੀ ਸੀ। ਇਹਨਾਂ ਕਹਿਣ ਦੇ ਬਾਵਜੂਦ ਵੀ ਬੀਜੇਪੀ ਚੁੱਪ ਹੈ। ਪਰ ਬੀਜੇਪੀ ਨੇ ਮੈਨੂੰ ਲੱਗਦਾ ਥੋੜੀ ਵੇਟ ਐਂਡ ਵਾਚ ਦੀ ਸਿਚੁਏਸ਼ਨ 'ਚ ਆ ਬੀਜੇਪੀ ਨੇ ਹੁਣ ਜਿੱਦਾਂ ਨਵਜੋਤ ਸਿੰਘ ਸਿੱਧੂ ਵੀ ਭੇਜਿਆ, ਖਾਸ ਤੌਰ ਤੇ ਉਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਇਲਾਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਹੈ ਚਟਾਲਿਆਂ ਦੇ ਨਾਲ ਸਾਂਝੇ ਤੌਰ ਦੇ ਉੱਤੇ, ਉਹ ਤੋਂ ਇਹ ਪਤਾ ਲੱਗ ਗਿਆ ਹੈ ਕਿ ਬੀਜੇਪੀ ਵੀ ਇਸ ਮਾਰ ਤੇ ਹੈ ਕਿ ਜੇ ਕੱਲ ਨੂੰ ਜ਼ਰੂਰਤ ਪਈ ਪੰਜਾਬ ਦੇ ਵਿੱਚ ਬੀਜੇਪੀ ਨੂੰ ਅਕਾਲੀਆਂ ਤੋਂ ਵੱਖ ਹੋ ਕੇ ਲੜਨ ਦੀ, ਤਾਂ ਫਿਰ ਅਕਾਲੀਆਂ ਨੂੰ ਫੇਸ ਕਰਨ ਵਾਸਤੇ ਇੱਕ ਸਿੱਖ ਫੇਸ ਚਾਹੀਦਾ ਹੈ ਕਿ ਉਹ ਸਿੱਖ ਫੇਸ ਨਵਜੋਤ ਸਿੱਧੂ ਤੋਂ ਬਿਨਾਂ ਕੋਈ ਨਹੀਂ। ਤੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਟਰੈਕ ਰਿਕਾਰਡ ਹੈ ਪਿਛਲੇ 2.5 ਸਾਲ ਦਾ, ਉਹ ਪੰਜਾਬ ਦੇ ਵਿੱਚ ਬਾਦਲਾਂ ਦੇ ਖਿਲਾਫ ਲੜਨ ਦਾ। ਬਾਦਲਾਂ ਦੇ ਖਿਲਾਫ ਜਿਹੜਾ ਉਹਨਾਂ ਨੇ ਇੱਕ ਮੁਹਿੰਮ ਚੱਕੀ ਸੀ, ਉਸ ਮੁਹਿੰਮ ਦਾ ਨਤੀਜਾ ਇਹ ਹੋਇਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸੁਖਬੀਰ ਸਿੰਘ ਬਾਦਲ ਦੇ ਕਹਿਣ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੀ ਅੰਮ੍ਰਿਤਸਰ ਤੋਂ ਟਿਕਟ ਕੱਟੀ ਗਈ ਤੇ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ 'ਚ ਬਿਲਕੁਲ ਚੁੱਪ ਹੋ ਗਏ। ਹੁਣ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਕਿਨਾਰੇ ਕਰ ਦਿੱਤਾ ਗਿਆ ਸੀ ਬੀਜੇਪੀ ਵੱਲੋਂ, ਔਰ ਉਸੇ ਨਵਜੋਤ ਸਿੰਘ ਸਿੱਧੂ ਦੀ ਬੀਜੇਪੀ ਨੂੰ ਲੋੜ ਪੈ ਗਈ ਤੇ ਨਵਜੋਤ ਸਿੰਘ ਸਿੱਧੂ ਨੂੰ ਉੱਥੇ ਹਰਿਆਣੇ ਭੇਜਿਆ ਗਿਆ। ਤੇ ਇਹਦੇ ਤੇ ਜਦੋਂ ਸਵਾਲ ਕੀਤਾ ਗਿਆ ਸੁਖਬੀਰ ਬਾਦਲ ਨੂੰ, ਤੇ ਸੁਖਬੀਰ ਬਾਦਲ ਚੁੱਪ ਹੋ ਗਏ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਤੁਹਾਡੇ ਸਵਾਲ ਦੂਜਾ ਹਿੱਸਾ ਆ, ਉਹਦੇ ਤੋਂ ਮੈਨੂੰ ਇਹ ਲੱਗਦਾ ਹੈ ਵੀ ਜੇ ਕੱਲ ਨੂੰ ਬੀਜੇਪੀ 2017 ਦੀਆਂ ਚੋਣਾਂ ਤੋਂ ਪਹਿਲਾਂ ਵੱਖ ਹੋ ਜਾਂਦੀ ਹੈ ਅਕਾਲੀਆਂ ਤੋਂ, ਜਿੱਦਾਂ ਹਰਿਆਣੇ ਦੇ ਵਿੱਚ ਬੀਜੇਪੀ ਇਕੱਲੀ ਲੜ ਰਹੀ ਹੈ, ਜਿੱਦਾਂ ਮਹਾਰਾਸ਼ਟਰ 'ਚ ਹੁਣ ਬੀਜੇਪੀ ਇਕੱਲੀ ਲੜ ਰਹੀ ਹੈ, ਜੇ ਕੱਲ੍ਹ ਨੂੰ ਪੰਜਾਬ 'ਚ ਵੀ ਲੜਨ ਦੀ ਸਿਚੁਏਸ਼ਨ ਆਈ ਤਾਂ ਬੀਜੇਪੀ ਦੀ ਪੰਜਾਬ ਦੀ ਕਮਾਨ ਜੇ ਕਿਸੇ ਨੂੰ ਸੌਂਪੀ ਜਾਏਗੀ ਤਾਂ ਉਹ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਸੌਂਪੀ ਜਾਏਗੀ, ਤਾਂ ਜੋ ਅਕਾਲੀਆਂ ਦੇ ਖਿਲਾਫ ਲੜਨ ਵਾਲਾ ਇੱਕ ਤੇਜ਼ ਤਰਾਰ ਆਗੂ ਉਹਨਾਂ ਨੂੰ ਪੰਜਾਬ 'ਚ ਜਿਹੜਾ ਚਾਹੀਦਾ ਹੈ ਉਹਦੀ ਪੂਰਤੀ ਹੋ ਸਕੇ। ਇਹ ਸੰਭਾਵਨਾ ਹੁਣ ਬਣਦੀ ਦਿਖਾਈ ਦੇ ਰਹੀ ਹੈ ਜੀ। ਜੀ ਤੇ ਅਗਲਾ ਮੇਰਾ ਸਵਾਲ ਹੈ, ਜਿਵੇਂ ਪ੍ਰਧਾਨ ਮੰਤਰੀ ਮੋਦੀ ਹਰਿਆਣੇ ਦੇ ਵਿੱਚ ਆਏ, ਪਰ ਉਹਨਾਂ ਨੇ ਜਿਹੜਾ ਬਹੁਤਾ ਹੀ ਆਪਣੀ ਸੂਈ ਚਟਾਲਿਆਂ ਤੇ ਹੀ ਰੱਖੀ ਆ, ਕਾਂਗਰਸ ਦਾ ਵੀ ਨਾਂ ਲਿਆ ਪਰ ਚਟਾਲਿਆਂ ਤੇ ਜ਼ਿਆਦਾ ਸੂਈ ਰੱਖੀ ਆ। ਦੇਖੋ ਨਰਿੰਦਰ ਮੋਦੀ ਥੋੜੀ ਜਿਹੜੇ ਆ ਉਹ ਬਹੁਤ ਯੋਜਨਾਕਾਰ ਬੰਦੇ ਨੇ, ਤੇ ਮੈਂ ਕਹਿੰਦਾ ਕਿ 6 ਮਹੀਨੇ ਉਹ ਚੱਲੇ ਨੇ ਸਰਕਾਰ ਬਣਾਈ ਨੂੰ, ਤੇ 6 ਮਹੀਨਿਆਂ ਦੇ ਵਿੱਚ ਉਹਨਾਂ ਨੇ ਜਿਹੜੇ ਭਾਸ਼ਣ ਕੀਤੇ ਨੇ, ਉਹਨਾਂ ਭਾਸ਼ਣਾਂ ਦੇ ਭਰਮਜਾਲ ਦੇ ਵਿੱਚ ਹਾਲੇ ਵੀ ਲੋਕ ਫਸੇ ਨੇ। ਸਾਡਾ ਮੀਡੀਆ ਵੀ ਹਾਲੇ ਵੀ ਨਰਿੰਦਰ ਮੋਦੀ ਨੂੰ ਨਾਇਕ ਦੇ ਤੌਰ ਤੇ ਪੇਸ਼ ਕਰ ਰਿਹਾ, ਜਦਕਿ 6 ਮਹੀਨਿਆਂ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ 'ਚ ਬੀਜੇਪੀ ਦੀ ਸਰਕਾਰ ਨੇ ਭਾਰਤੀ ਆਵਾਮ ਦੇ ਦੁੱਖਾਂ ਨੂੰ, ਭਾਰਤੀ ਆਵਾਮ ਦੀ ਪੀੜਾ ਨੂੰ ਹਰਨ ਵਾਸਤੇ ਇੱਕ ਸਟੈਪ ਵੀ ਨਹੀਂ ਚੁੱਕਿਆ। ਉਹਦੇ ਬਾਵਜੂਦ ਅੱਜ ਵੀ ਮੀਡੀਆ ਦੇ ਵਿੱਚ ਨਾਇਕ ਨੇ ਨਰਿੰਦਰ ਮੋਦੀ। ਸੋ ਉਹਦਾ ਕਾਰਨ ਹੈ ਕਿ ਨਰਿੰਦਰ ਮੋਦੀ ਨੂੰ ਜਿਹੜੇ ਆ ਆਪਣੀ ਯੋਜਨਾਕਾਰੀ ਜਿਹੜੀ ਆ ਉਹਦੇ ਵਿੱਚ ਮਹਾਰਤ ਹੈ, ਜਾਂ ਨਰਿੰਦਰ ਮੋਦੀ ਜਿਹੜੇ ਆ ਉਹਨਾਂ ਦੀ ਜਿਹੜੀ ਇੱਕ ਟੀਮ ਜਿਹੜੀ ਉਹਨਾਂ ਨੂੰ ਦਿੱਤੀ ਗਈ ਹੈ, ਜਿਹੜੀ ਰੋਜ਼ ਨਵੇਂ ਸਲੋਗਨ ਕਰਕੇ ਉਹਨਾਂ ਨੂੰ ਦਿੰਦੀ ਹੈ, ਉਹਦੇ ਕਰਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੀਜੇਪੀ 'ਚ ਨਰਿੰਦਰ ਮੋਦੀ ਦੀ ਜਿਹੜੀ ਇੱਕ ਸੇਹ ਬਣੀ ਹੈ, ਇਹ ਇੱਕ ਕਾਰਨ ਹੈ। ਔਰ ਜਦੋਂ ਵੀ ਕਿਤੇ ਜਾਂਦੇ ਆ ਤੇ ਉਹ ਪਹਿਲਾਂ ਸੋਚ ਸਮਝ ਕੇ ਜਾਂਦੇ ਆ ਕਿ ਉਹਨਾਂ ਨੇ ਕੀ ਕਹਿਣਾ। ਇਹ 2 ਚੀਜ਼ਾਂ ਦਿਖਾਈ ਦਿੰਦੀਆਂ ਹਰਿਆਣੇ 'ਚ ਆ ਕੇ ਕਾਂਗਰਸ ਨਾਲੋਂ ਜ਼ਿਆਦਾ ਹਮਲਾ ਚਟਾਲਿਆਂ ਤੇ ਬੋਲਣ ਦੀਆਂ। ਇੱਕ ਤਾਂ ਇਹ ਹੈ ਕਿ ਜੋ ਸਾਡੇ ਕੋਲ ਸੂਚਨਾਵਾਂ ਨੇ ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਬੈਕਫੁੱਟ ਤੇ ਹੈ, ਤੇ ਜਨਹਿਤ ਕਾਂਗਰਸ ਜਿਹੜੀ ਬੀਜੇਪੀ ਨਾਲ ਸੀ ਉਹਦਾ ਵੀ ਕੋਈ ਬਹੁਤ ਵੱਡਾ ਰੋਲ ਜਾਂ ਭੂਮਿਕਾ ਨਹੀਂ ਦਿਖਾਈ ਦੇ ਰਹੀ। ਤੇ ਬੀਜੇਪੀ ਜਿਹਨੂੰ ਲੱਗਦਾ ਸੀ ਕਿ ਉਹਨੇ ਸਰਕਾਰ ਬਣਾਈ ਹਰਿਆਣੇ ਦੇ ਵਿੱਚ, ਉਸ ਬੀਜੇਪੀ ਨੂੰ ਸਭ ਤੋਂ ਵੱਡਾ ਅੜਿੱਕਾ ਉੱਥੇ ਦਿਖਾਈ ਦੇ ਰਿਹਾ ਚਟਾਲੇ, ਕਿਉਂਕਿ ਜੋ ਸੂਚਨਾਵਾਂ ਆ ਰਹੀ ਹੈ ਓਮ ਪ੍ਰਕਾਸ਼ ਚਟਾਲਾ ਭਾਵੇਂ ਜੇਲ੍ਹ 'ਚ ਹੈ, ਉਹ ਜੇਲ੍ਹ ਛੋੜ ਕਰਕੇ, ਭਾਵੇਂ ਕਰਪਸ਼ਨ ਦੇ ਦੋਸ਼ 'ਚ ਜੇਲ੍ਹ 'ਚ ਹੈ, ਉਹ ਜੇਲ੍ਹ ਛੋੜ ਕਰਕੇ ਇੱਕ ਸਿੰਪਥੀ ਵੇਵ ਜਿਹੜੀ ਹੈ ਉਹ ਹਰਿਆਣੇ 'ਚ ਦਿਖਾਈ ਦੇ ਰਹੀ ਹੈ ਚਟਾਲਿਆਂ ਦੇ ਪੱਖ ਦੇ ਵਿੱਚ। ਦੂਜਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਸਿੱਖ ਹਲਕੇ ਹੈ ਉੱਥੇ ਜਾ ਕੇ ਜਿਹੜਾ ਪ੍ਰਚਾਰ ਕੀਤਾ ਹੈ, ਜਾਂ ਪੰਜਾਬੀ ਹਲਕੇ ਜਿਹੜੇ ਉੱਥੇ ਜਿਹੜਾ ਪ੍ਰਚਾਰ ਕੀਤਾ, ਉਹ ਵੀ ਪੰਜਾਬੀ ਵੋਟ ਦਾ ਵੀ ਵੱਡਾ ਹਿੱਸਾ ਜਿਹੜਾ ਆ ਇਹ ਬਾਦਲਾ ਕਰਕੇ ਜਿਹੜਾ ਪੈ ਸਕਦਾ ਆ ਚਟਾਲਿਆਂ ਨੂੰ। ਇਸ ਕਰਕੇ ਸਭ ਤੋਂ ਵੱਡਾ ਖਤਰਾ ਬੀਜੇਪੀ ਨੂੰ ਦਿਖਾਈ ਦੇ ਰਿਹਾ, ਨਰਿੰਦਰ ਮੋਦੀ ਨੂੰ ਦਿਖਾਈ ਦੇ ਰਿਹਾ ਹਰਿਆਣੇ ਚਟਾਲੇ। ਸੋ ਵੱਡਾ ਹਮਲਾ ਉਹਦੇ ਤੇ ਕੀਤਾ। ਇਹ ਨਹੀਂ ਕਿ ਕਾਂਗਰਸ ਤੇ ਹਮਲਾ ਨਹੀਂ ਕੀਤਾ, ਉਹਨੇ ਕਾਂਗਰਸ ਤੇ ਵੀ ਕੀਤਾ। ਪਰ ਹੈਰਾਨੀ ਜਿਹੜੀ ਗੱਲ ਹੈ ਕਿ ਚੋਣਾਂ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਤੇ ਰਾਹੁਲ ਗਾਂਧੀ ਨੂੰ ਜਿਸ ਅੰਦਾਜ਼ ਦੇ ਵਿੱਚ ਨਰਿੰਦਰ ਮੋਦੀ ਮੁਖਾਤਬ ਹੋ ਰਹੇ ਸੀ, ਉਹ ਅੰਦਾਜ਼ ਗਾਇਬ ਹੋ ਗਿਆ।
ਸੋਨੀਆ ਤੇ ਰਾਹੁਲ ਦਾ ਨਾਂ ਤੱਕ ਨਹੀਂ ਲਿਆ ਉਹਨਾਂ ਨੇ। ਹਾਂ, ਇਹ ਜ਼ਰੂਰ ਕਿਹਾ ਕਿ ਵਾਡਰਾ ਦੀ ਜਿਹੜੀ ਡੀਲ ਹੈ DLF ਦੇ ਨਾਲ, ਜਿਹਨੂੰ ਰੱਦ ਕਰਤਾ ਸੀ ਅਸ਼ੋਕ ਖੇਮਕਾ ਨੇ, ਉਹਨੂੰ ਫਿਰ ਬਹਾਲ ਕਰ ਦਿੱਤਾ ਇੱਕ DC ਨੇ। ਇਹਦੀ ਤੇ ਟਿੱਪਣੀ ਜ਼ਰੂਰ ਕੀਤੀ ਹੈ ਨਰਿੰਦਰ ਮੋਦੀ ਨੇ, ਇਹ ਕਹਿ ਕੇ ਕਿ ਸਰਕਾਰ ਜਾਣ ਵਾਲੀ ਹੈ ਕਾਂਗਰਸ ਦੀ, ਹੁੱਡਾ ਨੂੰ ਪਤਾ ਕਿ ਸਰਕਾਰ ਰਹਿਣੀ ਨਹੀਂ, ਇਸ ਕਰਕੇ ਸਰਕਾਰ ਦੇ ਰਹਿੰਦਿਆਂ ਇਹ ਡੀਲ ਬਹਾਲ ਕਰਾ ਦਿੱਤੀ ਜਾਏ ਤੇ ਇਹਦੀ ਜਾਂਚ ਚੋਣ ਕਮਿਸ਼ਨ ਕਰੇ। ਇਹ ਕਿਹਾ ਨਰਿੰਦਰ ਮੋਦੀ ਨੇ। ਇਸ ਤੋਂ ਬਾਅਦ ਕਾਂਗਰਸ ਦੇ ਖਿਲਾਫ ਕੁਝ ਬੋਲੇ ਨਹੀਂ। ਬਹੁਤਾ ਕਸੂਰ ਉਹਨਾਂ ਨੇ ਚੌਟਾਲੇ ਦੇ ਖਿਲਾਫ ਹੀ ਲਾਇਆ। ਇਹ ਗੱਲ ਕਹੀ ਹੈ ਵੀ ਜਿਹੜੇ ਲੋਕ ਜੇਲ੍ਹ 'ਚ ਬੈਠੇ ਹੈ, ਉਹ ਜੇਲ੍ਹ 'ਚ ਬੈਠੇ ਜਿਹੜੇ ਲੋਕ ਆ ਉਹਨਾਂ ਦੀ ਹਮਾਇਤ ਦੀ ਸਾਨੂੰ ਜ਼ਰੂਰਤ ਨਹੀਂ ਹੈ। ਇਸ ਤੋਂ ਭਾਵ ਇਹ ਹੈ ਕਿ ਇੱਕ ਤਾਂ ਇਹ ਚੌਟਾਲੇ ਜਿਹੜੇ ਆ ਉਹਨਾਂ ਨੂੰ ਲੱਗਦਾ ਹੈ ਕਿ BJP ਦੇ ਰਾਹ ਦਾ ਅੜਿੱਕਾ ਬਣ ਸਕਦੇ ਆ। ਦੂਜਾ ਉਹਨਾਂ ਦਾ ਇੱਕ ਸੰਕੇਤ ਵਿੱਚ ਇਹ ਹੈ ਵੀ ਜੇ ਕੱਲ੍ਹ ਨੂੰ ਨਤੀਜੇ BJP ਦੇ ਖਿਲਾਫ ਆਏ ਤਾਂ ਫਿਰ ਸਭ ਤੋਂ ਵੱਡੀ ਜਿਹੜੀ ਗਾਜ ਡਿੱਗੇਗੀ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਤੇ BJP ਰਿਸ਼ਤਿਆਂ ਤੇ ਡਿੱਗੇਗੀ। ਜਿਹੜੀ ਇੱਕ ਮੈਦਾਨ ਤਿਆਰ ਕਰ ਰਹੇ ਨਰਿੰਦਰ ਮੋਦੀ ਵੀ ਕੱਲ੍ਹ ਨੂੰ ਬਹਾਨਾ ਸਾਫ਼ ਤੌਰ ਤੇ ਮਿਲ ਜਾਏ ਅਕਾਲੀਆਂ ਦਾ ਉਹ ਰਿਸ਼ਤਾ ਤੋੜਨ ਦਾ। ਇਹ ਦੋ ਗੱਲਾਂ ਕਰਕੇ ਮੈਨੂੰ ਲੱਗਦਾ ਨਰਿੰਦਰ ਮੋਦੀ ਨੇ ਟਾਰਗੇਟ ਕੀਤਾ ਓਮ ਪ੍ਰਕਾਸ਼ ਚੌਟਾਲੇ ਨੂੰ। ਜੀ ਤੇ ਅੱਗੇ ਗੱਲ ਕਰਦੇ ਆ ਡੇਰਾ ਸੱਚਾ ਸੌਦਾ, ਜਿਹਨੂੰ ਝੂਠਾ ਸੌਦਾ ਕਹਿੰਦੇ ਆ, ਕਿ ਉਸ ਵਿੱਚ BJP ਦੇ ਫੇਰੇ ਵੱਧ ਗਏ ਆ ਤੇ ਕੁਛ ਉਹਨਾਂ ਦੇ ਜਿਹੜੇ ਹੋਰ ਲੋਕ ਹੈਗੇ ਡੇਰੇ ਦੇ, ਉਹ ਵੀ ਅਮਿਤ ਸ਼ਾਹ ਨੂੰ ਮਿਲੇ ਆ। ਕੀ ਸੰਕੇਤ ਮਿਲਦੇ ਆ ਕਿ ਐਤਕੀ ਇਹਨਾਂ ਦਾ ਕਿੱਧਰ ਨੂੰ ਝੁਕਾਅ ਹੋਊਗਾ? ਦੇਖੋ, ਇਹ ਡੇਰੇ ਜਿਹੜੇ ਆ, ਕੋਈ ਵੀ ਡੇਰਾ ਹੋਵੇ, ਇਹ ਹਕੂਮਤ ਦਾ ਰਹਿਣ ਵਾਲੇ ਲੋਕ ਹੁੰਦੇ ਆ। ਇਹ ਪਹਿਲਾਂ ਭਾਪ ਲੈਂਦੇ ਆ ਵੀ ਕੀ ਹੋਣ ਜਾ ਰਿਹਾ, ਕੀ ਹੋਵੇਗਾ ਜਾਂ ਕੀ ਹੈ। ਹੁਣ ਜਿਹੜਾ ਡੇਰਾ ਸੱਚਾ ਸੌਦਾ, ਜਿਹੜਾ ਨੂੰ ਝੂਠਾ ਸੌਦਾ ਵੀ ਕਿਹਾ ਜਾਂਦਾ, ਤੇ ਉਹਦੇ ਤੇ ਜਿਹੜੇ CBI ਦੇ ਕੇਸ ਹੈ ਉਹਨੂੰ ਮਜਬੂਰ ਕਰ ਰਹੇ ਵੀ ਦਿੱਲੀ ਦੀ ਹਕੂਮਤ ਜਿਹਦੇ ਕੋਲ ਹੈ ਉਹਦੇ ਨੇੜੇ ਰਿਹਾ ਜਾਏ। ਇਸੇ ਕਰਕੇ ਜਿਹੜੀ ਸਵੱਛ ਭਾਰਤ ਮੁਹਿੰਮ ਚਲਾਈ ਨਰਿੰਦਰ ਮੋਦੀ ਨੇ, ਉਹਦੀ ਬਹੁਤ ਵੱਧ ਕੇ ਪ੍ਰਸ਼ੰਸਾ ਕੀਤੀ ਗੁਰਮੀਤ ਰਾਮ ਰਹੀਮ ਨੇ, ਉਹ ਸਾਧ ਨੇ। ਕਹਿੰਦਾ ਵੀ ਇਹ ਬਹੁਤ ਵਧੀਆ ਕੰਮ ਕੀਤਾ। ਲੋਕ ਕਹਿੰਦੇ ਰਹੇ, ਵੱਖ-ਵੱਖ ਪਾਰਟੀਆਂ ਲੋਕ ਆ ਕੇ ਕਹਿੰਦੇ ਸੀ, ਅਸੀਂ ਕਹਿੰਦੇ ਪਹਿਲਾਂ ਸ਼ੁਰੂ ਇਹ ਕੀਤਾ ਸੀ ਤੇ ਸਾਨੂੰ ਬਹੁਤ ਸਾਰੀਆਂ ਪਾਰਟੀਆਂ ਦੇ ਲੀਡਰ ਕਹਿੰਦੇ ਸੀ ਅਸੀਂ ਤੁਹਾਡੇ ਨਾਲ ਆ, ਪਰ ਉਹਨੇ ਕੰਮ ਕੋਈ ਨਹੀਂ ਕੀਤਾ। ਕੰਮ ਨਰਿੰਦਰ ਮੋਦੀ ਨੇ ਕੀਤਾ। ਬਹੁਤ ਸ਼ਾਨਦਾਰ ਲਫ਼ਜ਼ਾਂ ਦੇ ਵਿੱਚ ਤਾਰੀਫ ਕੀਤੀ ਨਰਿੰਦਰ ਮੋਦੀ ਦੀ। ਉਸ ਤੋਂ ਬਾਅਦ ਕੱਲ੍ਹ ਦੀ ਘਟਨਾ ਇਹ ਹੈ ਕਿ ਨੈਸ਼ਨਲ ਪ੍ਰੈਜ਼ੀਡੈਂਟ BJP ਦੇ ਅਮਿਤ ਸ਼ਾਹ ਜਦੋਂ ਹਰਿਆਣੇ ਆਏ ਤੇ ਜਿਹੜਾ ਸੱਚਾ ਸੌਦਾ ਦਾ ਜਿਹੜਾ ਪੋਲੀਟੀਕਲ ਵਿੰਗ ਹੈ ਉਹਦਾ ਇੱਕ ਤਰਜਮਾਨ ਜਿਹੜਾ ਆ ਅਮਿਤ ਸ਼ਾਹ ਨੂੰ ਮਿਲਿਆ ਤੇ ਅਮਿਤ ਸ਼ਾਹ ਉਹਨੂੰ ਆਪਣੇ ਨਾਲ ਗੱਡੀ 'ਚ ਬਿਠਾ ਕੇ ਲੈ ਗਿਆ ਤੇ 40 ਦੇ ਕਰੀਬ ਲੋਕਾਂ ਦਾ ਇੱਕ ਡੈਪੂਟੇਸ਼ਨ BJP ਦਾ ਕੱਲ ਗੁਰਮੀਤ ਰਾਮ ਰਹੀਮ ਨੂੰ ਮਿਲਿਆ, ਜਿਹਦੇ ਤੋਂ ਚਰਚਾ ਆਰੰਭ ਹੋ ਗਈ ਵੀ ਗੁਰਮੀਤ ਰਾਮ ਰਹੀਮ ਦਾ ਜਿਹੜਾ ਸੋ ਕਾਰਡ ਇਨਵਰਟਡ ਕੌਮਿਆਂ 'ਚ ਆਸ਼ੀਰਵਾਦ ਜਿਹੜਾ ਆ, ਸੋ ਕਾਰਡ ਆਸ਼ੀਰਵਾਦ ਜਿਹੜਾ ਆ, ਉਹ BJP ਨੂੰ ਮਿਲਣ ਜਾ ਰਿਹਾ ਤੇ BJP ਇਸ ਵੱਲੋਂ ਉਤਸ਼ਾਹ 'ਚ ਹੈ ਕਿਉਂਕਿ ਉਹਦਾ ਡੇਰਾ ਜਿਹੜਾ ਆ ਉਹਦੇ ਕਾਫੀ ਸ਼ਰਧਾਲੂ ਹੈਗੇ ਆ ਹਰਿਆਣੇ ਦੇ ਵਿੱਚ ਤੇ ਉਹ ਹੋ ਸਕਦਾ ਹੈ ਕਿ ਉਹ BJP ਨੂੰ ਭੁਗਤਾ ਦਿੱਤੇ ਜਾਣ। ਤੇ ਉਹਦੇ ਕਾਰਨ ਉਹਦਾ ਪਿੱਛੇ ਸਿੱਧੇ ਤੌਰ ਦੇ ਉੱਤੇ ਉਹਦੇ ਖਿਲਾਫ ਜਿਹੜੇ CBI ਦੇ ਕੇਸ ਹੈ ਉਹੀ ਕਾਰਨ ਹੈ, ਹੋਰ ਕੋਈ ਕਾਰਨ ਨਹੀਂ। ਤੇ ਨਰਿੰਦਰ ਮੋਦੀ ਦੀ ਟੀਮ ਵੱਲੋਂ, ਅਮਿਤ ਸ਼ਾਹ ਵੱਲੋਂ ਉਹਨਾਂ ਨਾਲ ਕਿਸ ਕਿਸਮ ਦਾ ਕੋਈ ਪ੍ਰੋਮਿਸ ਕੀਤਾ ਗਿਆ, ਇਹ ਹਾਲੇ ਇਹਦੇ ਤੇ ਪਰਦਾ ਹੈ। ਜਦੋਂ ਪਰਦਾ ਚੁੱਕਿਆ ਜਾਏਗਾ ਅਸੀਂ ਤੁਹਾਡਾ ਸਾਂਝਾ ਕਰਾਂਗੇ, ਪਰ ਆਪਣੀ ਰਾਏ ਦੇ ਸਕਦੇ ਹਾਂ। ਸਾਡੀ ਰਾਏ ਇਹੀ ਹੈ ਕਿ CBI ਦੇ ਜਿਹੜੇ ਕੇਸ ਹੈ ਉਹਦੇ 'ਚ ਨਰਮੀ ਵਰਤੀ ਜਾਵੇ। ਇਹਦਾ ਕੋਈ ਨਾ ਕੋਈ ਕਹਿ ਲਓ ਵੀ ਭਰੋਸਾ ਸ਼ਾਇਦ ਮਿਲ ਗਿਆ ਗੁਰਮੀਤ ਰਾਮ ਰਹੀਮ ਨੂੰ, ਜਿਹਦੇ ਕਰਕੇ ਇਸ ਤਰ੍ਹਾਂ ਦੀ ਸਿਚੁਏਸ਼ਨ ਕ੍ਰੀਏਟ ਹੋ ਰਹੀ ਹੈ ਜੀ। ਤੇ ਅਗਲਾ ਮੇਰਾ ਸਵਾਲ ਰਹੂਗਾ ਜੀ, ਜਿਵੇਂ ਝੋਨਾ ਮੰਡੀਆਂ ਦੇ ਵਿੱਚ ਰੁਲ ਰਿਹਾ ਆ, ਕਿਸਾਨ ਵੀ ਨਾਲ ਰੁਲ ਰਹੇ ਆ, ਇਹ ਕਿਸ ਦਾ ਕਸੂਰ ਆ? ਕੇਂਦਰ ਸਰਕਾਰ ਜਾਂ ਪੰਜਾਬ? ਇਹ ਕਿਸਾਨਾਂ ਦੇ ਉੱਤੇ ਹੀ ਇਸ ਤਰ੍ਹਾਂ ਕਿਉਂ ਵਾਪਰਦਾ ਆ? ਦੇਖੋ, ਹਾੜੀ ਸੋਣੀ ਕਿਸਾਨੀ ਤਾਂ ਲੁੱਟੀ ਜਾਂਦੀ ਹੈ। ਹਾੜੀ ਹੋਵੇ ਚਾਹੇ ਸੋਣੀ ਹੋਵੇ, ਸਾਲ 'ਚ 2 ਵਾਰ ਕਿਸਾਨੀ ਦਾ ਸੰਕਟ ਸਾਡੇ ਸਾਹਮਣੇ ਹੁੰਦਾ ਹੈ। ਪੰਜਾਬ ਦੇ ਵਿੱਚ ਜਿਹੜੀ ਪਨਗ੍ਰੇਨ ਹੈ, ਜਿਹੜੀ ਸਰਕਾਰੀ ਏਜੰਸੀ ਹੈ ਜਾਂ ਕੇਂਦਰ ਦੀ FCI ਹੈ, ਉਹ ਮੰਡੀਆਂ 'ਚੋਂ ਗਾਇਬ ਦਿਖਾਈ ਦੇ ਰਹੀ ਹੈ। ਪਨਗ੍ਰੇਨ ਤਾਂ ਨੇ ਤਾਂ ਹਾਈਕੋਰਟ 'ਚ ਵੀ ਕਹਿ ਦਿੱਤਾ ਕਿ ਹਾਂਜੀ ਸਾਡੀ ਵੀਕਨੈਸ ਹੈ ਜਿਹਦੇ ਕਰਕੇ ਅਸੀਂ ਨਹੀਂ ਕਰ ਸਕੇ, ਪਰ ਸਾਨੂੰ ਕੇਂਦਰ ਤੋਂ ਮਨਜ਼ੂਰੀ ਨਹੀਂ ਮਿਲਦੀ। ਹੁਣ ਕੇਂਦਰ ਨੇ ਕੀ ਕੀਤਾ ਸੀ? ਕੇਂਦਰ ਨੇ ਪਹਿਲਾਂ ਨਵੀਂ ਘਟਾਤੀ ਤੇ ਨਵੀਂ ਦੀ ਮਾਤਰਾ 15% ਸੀ, 14 ਕਰਤੀ। ਹੁਣ ਅੱਜ ਦੀ ਖਬਰ ਹੈ ਕਿ ਉਹ ਨਵੀਂ ਦੀ ਮਾਤਰਾ ਪੰਜਾਬ ਤੇ ਹਰਿਆਣੇ ਨੇ ਜਦੋਂ ਜ਼ੋਰ ਪਾਇਆ ਫਿਰ ਤੋਂ 15% ਕਰਤੀ। ਪਰ ਉਹਦੇ ਬਾਵਜੂਦ ਵੀ ਮੰਡੀਆਂ ਦੇ ਵਿੱਚ ਜਿਹੜਾ ਛੱਡ ਦਿੱਤਾ ਗਿਆ ਕਿਸਾਨਾਂ ਨੂੰ ਵੀ ਤੁਸੀਂ ਪ੍ਰਾਈਵੇਟ ਜਿਹੜੇ ਆੜ੍ਹਤੀ ਹੈ ਉਹਨਾਂ ਨੂੰ ਵੇਚ ਰਹੇ ਹੋ ਤੇ ਉਹ ਬਹੁਤ ਘੱਟ ਕੀਮਤ ਲਾ ਕੇ ਲੁੱਟ ਰਹੇ ਕਿਸਾਨਾਂ ਨੂੰ। ਯਾਨੀ ਪਹਿਲਾਂ
ਪ੍ਰਾਈਵੇਟ ਵਪਾਰੀਆਂ ਨੂੰ ਲੁੱਟ ਕੇ ਲੈ ਕੇ ਜਾਣ ਦੀ ਪੂਰੀ ਖੁੱਲ੍ਹ ਜਿਹੜੀ ਹੈ ਕੇਂਦਰ ਨੇ ਵੀ ਦਿੱਤੀ ਤੇ ਪੰਜਾਬ ਸਰਕਾਰ ਨੇ ਵੀ ਦਿੱਤੀ ਹੈ। ਇਸ ਤੋਂ ਪਤਾ ਲੱਗਦਾ ਵੀ ਸਰਕਾਰਾਂ ਦੀਆਂ ਤਰਜੀਹਾਂ ਕੀ ਹੈ। ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜੀਆਂ ਸਰਕਾਰੀ ਏਜੰਸੀਆਂ ਉਸ ਤੋਂ ਪਹਿਲਾਂ ਕਿਸਾਨ ਕਿਉਂਕਿ ਕਾਹਲਾ ਹੁੰਦਾ, ਕਿਸਾਨ ਨੇ ਆਪਣੀ ਜਿਣਸ ਲੈ ਕੇ ਜਾਣੀ ਮੰਡੀ ਦੇ ਵਿੱਚ, ਉਹ ਬਹੁਤੀ ਦੇਰ ਤਾਂ ਰੋਲ ਨਹੀਂ ਸਕਦਾ, ਫਿਰ ਉਹ ਕਹਿੰਦਾ ਚਲੋ ਯਾਰ ਛੱਡੋ, ਘੱਟ ਪੈਸੇ ਮਿਲਦੇ, ਘੱਟੇ ਸੀ, ਵੇਚੋ ਤਾਂ ਅਸੀਂ ਘਰ ਨੂੰ ਜਾਈਏ। ਸੋ ਏਦਾਂ ਕਾਫੀ ਸਮਾਂ ਗਾਇਬ ਰਹਿ ਕੇ ਕੇਂਦਰੀ ਤੇ ਪੰਜਾਬ ਦੀਆਂ ਸਰਕਾਰੀ ਏਜੰਸੀਆਂ ਨੇ ਬਕਾਇਦਾ ਇੱਕ ਸਾਜ਼ਿਸ਼ ਦੇ ਅਧੀਨ ਪੰਜਾਬ ਦੇ ਤੇ ਹਰਿਆਣੇ ਦੇ ਕਿਸਾਨਾਂ ਨੂੰ ਲੁੱਟਣ ਵਾਸਤੇ ਵਪਾਰੀਆਂ ਨੂੰ ਪੂਰੀ ਖੁੱਲ੍ਹ ਦੇ ਕੇ ਰੱਖੀ ਹੋਈ ਸੀ। ਹੁਣ ਕਿਹਾ ਜੀ ਪੰਜਾਬ ਝੋਨੇ ਦੀ ਖਰੀਦ ਗਿਆ ਜੀ 35 ਕਿਲੋ ਦੀ ਬੋਰੀ 'ਚ ਜਿਹੜੀ ਭਰਾਈ ਹੈ 37.5 ਕਿਲੋ ਹੋਊਗੀ, ਨਵੀਂ ਦੀ ਮਾਤਰਾ ਜਿਹੜੀ ਹੈ 14 ਜਾਂ 15% ਕਰਕੇ ਸਹਿਮਤੀ ਹੋ ਗਈ ਹੈ। ਪਰ ਉਹਦੇ ਬਾਵਜੂਦ ਹਾਲੇ ਵੀ ਮੰਡੀਆਂ ਦੇ ਵਿੱਚ ਜਿਹੜੀਆਂ ਖਰੀਦ ਏਜੰਸੀਆਂ ਨੇ ਨਾ ਉੱਥੇ ਉਹਨਾਂ ਕੋਲ ਉਸ ਕਿਸਮ ਦਾ ਜਿਹੜੇ ਪ੍ਰਬੰਧ ਹੈ ਵੀ ਕਿਸਾਨ ਆਵੇ ਤੇ ਆਉਂਦਿਆਂ ਸਾਰੀ ਉਹਦੀ ਜਿਣਸ ਜਿਹੜੀ ਹੈ ਉਹ ਵਿਕ ਜਾਏ। ਸੋ ਹਾੜੀ ਸੋਣੀ ਹੋਵੇ ਤੇ ਦੋਨਾਂ ਮੌਸਮਾਂ ਦੇ ਵਿੱਚ ਜੇ ਕੋਈ ਲੁੱਟਿਆ ਜਾਂਦਾ, ਕਿਸਾਨ ਲੁੱਟਿਆ ਜਾਂਦਾ, ਉਹ ਕਿਸਾਨ ਜਿਹੜਾ ਬਹੁਤ ਮੁਸ਼ਕਿਲ ਦੇ ਨਾਲ ਆਪਣੀ ਫਸਲ ਨੂੰ ਪਾਲਦਾ। ਇੱਕ ਪਾਸੇ ਕੁਦਰਤੀ ਜਿਹੜਾ ਆਫਤ ਆ ਜਾਂਦੀ ਹੈ, ਮੀਂਹ ਆ ਜਾਂਦੇ ਆ, ਹਨੇਰੀਆਂ ਆ ਜਾਂਦੀਆਂ, ਝੱਖੜ ਆ ਜਾਂਦਾ, ਦੂਜੇ ਪਾਸੇ ਬਿਜਲੀ ਦਾ ਸੰਕਟ ਰਹਿੰਦਾ, ਮਹਿੰਗੇ ਡੀਜ਼ਲ ਫੂਕ ਕੇ ਕਿਸਾਨ ਆਪਣੀ ਫਸਲ ਜਿਹੜੀ ਪਾਲਦਾ ਹੈ, ਪਰ ਉਹਦੇ ਬਾਵਜੂਦ ਕਿਸਾਨ ਦੇ ਪੱਲੇ ਜਿਹੜੇ ਆ ਇਸ ਤਰ੍ਹਾਂ ਦੀਆਂ ਵੱਧ ਇੰਤਜ਼ਾਮੀਆਂ ਪੈਂਦੀਆਂ। ਸੋ ਵੱਧ ਇੰਤਜ਼ਾਮੀ ਜਿਹੜੀ ਰਹੀ ਹੈ ਸਰਕਾਰ ਦੀ, ਉਹ ਇਸ ਕਰਕੇ ਨਹੀਂ ਰਹੀ ਕਿ ਸਰਕਾਰ ਦੇ ਕਾਬਲ ਨਹੀਂ, ਇਸ ਕਰਕੇ ਰਹੀ ਕਿ ਸਰਕਾਰ ਦੀ ਤਰਜੀਹ ਜਿਹੜੇ ਵਪਾਰੀ ਹੈ ਉਹਨਾਂ ਨੂੰ ਖੁੱਲ੍ਹਾ ਦੇਣ ਦੀ ਤਰਜੀਹ ਹੈ। ਵਪਾਰੀ, ਇਹ ਸਰਕਾਰ ਹੀ ਵਪਾਰੀਆਂ ਦੀ ਹੈ, ਇਹ ਸਰਕਾਰ ਕਿਸਾਨਾਂ ਦੀ ਨਹੀਂ ਹੈ, ਇਹ ਸਰਕਾਰ ਆਮ ਆਵਾਮ ਦੀ ਨਹੀਂ ਹੈ। ਇਹ ਸਰਕਾਰ ਜਿਹੜੀ ਦਿੱਲੀ 'ਚ ਬੈਠੀ ਉਹ ਵੀ ਵਪਾਰੀਆਂ ਦੀ ਹੈ ਤੇ ਪੰਜਾਬ 'ਚ ਜਿਹੜੀ ਬੈਠੀ ਉਹ ਵੀ ਵਪਾਰੀਆਂ ਦੀ ਹੈ ਜੀ। ਜੀ ਤੇ ਅੱਗੇ ਗੱਲ ਕਰੀਏ ਜੀ ਚੂਨੀ ਲਾਲ ਗਾਬਾ ਦੀ, ਜਿਹੜੀ ਹੁਣ ਬੜਾ ਚਰਚਿਤ ਹੈ ਕਿ ਉਸ ਦੀ ਜਿਹੜੀ ਡਾਇਰੀ ਆ ਉਸ ਦੀ ਛਾਣਬੀਣ ਹੋਣ ਲੱਗ ਗਈ ਆ। ਛਾਣਬੀਣ ਹੋ ਰਹੀ ਆ, ਉਹਦੇ ਤੋਂ ਬਹੁਤ ਕੁਝ ਖੁਲਾਸੇ ਵੀ ਹੋ ਰਹੇ ਨੇ, ਪਰ ਇਹਦੇ ਤੇ ਭਾਵੇਂ ਹਾਲੇ ਜਿਨ੍ਹਾਂ ਦੇ ਨਾਮ ਬੋਲਦੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਨਹੀਂ ਇੱਦਾਂ ਨਹੀਂ ਹੈ, ਸਾਡਾ ਇਹਦੇ 'ਚ ਕੋਈ ਰੌਲਾ ਨਹੀਂ, ਪਰ ਰੌਲਾ ਤਾਂ ਹੈ। 600 ਕਰੋੜ ਦਾ ਡਰੱਗ ਰੈਕਟ ਦਾ ਮਾਮਲਾ ਜਿਹਦੇ ਚੁੰਨੀ ਲਾਲ ਗਾਬੇ ਦੇ ਮੁੰਡੇ ਦਾ ਨਾਮ ਵੱਜਦਾ ਹੈ ਤੇ ਚੁੰਨੀ ਲਾਲ ਗਾਬਾ ਦੇ ਪਰਿਵਾਰ ਦੀਆਂ ਜਿਹੜੀਆਂ ਐਕਟੀਵਿਟੀਜ਼ ਰਹੀ ਹੈ, ਉਹ ਐਕਟੀਵਿਟੀਜ਼ ਜਿਹੜੀਆਂ ਆ ਉਹ ਡੈਰੀ ਦੇ ਵਿੱਚ ਦਰਜ ਹੈ, ਜਿਹੜੀ ਡੈਰੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕਬਜ਼ੇ 'ਚ ਹੈ। ਹੁਣ ਜੋ ਖਬਰਾਂ ਆ ਰਹੀ ਹੈ ਉਹ ਡੈਰੀ ਵਾਲੀ ਜਿਹੜੀ ਜਾਂਚ ਚੱਲ ਰਹੀ ਹੈ ਉਹਦੇ 'ਚ ਜੋ ਨਿਕਲ ਕੇ ਆ ਰਿਹਾ ਹੈ, ਉਹ ਖਬਰਾਂ ਦੇ ਮੁਤਾਬਕ ਪੰਜਾਬ ਦੇ ਪ੍ਰਮੁੱਖ ਜਿਹੜੇ ਪਾਰਲੀਮਾਨੀ ਸੈਕਟਰੀ ਐਜੂਕੇਸ਼ਨ ਦੇ ਹੈ ਤੇ ਫਿਲਹਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ MLA ਅਵਨਾਸ਼ ਚੰਦਰ, ਈਵਨ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਜਲੰਧਰ ਤੋਂ MP ਚੌਧਰੀ ਸੰਤੋਖ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਰਵਨ ਸਿੰਘ ਫਲੋਰ, ਜਿਨ੍ਹਾਂ ਨੂੰ ਰਿਜ਼ਾਈਨ ਵੀ ਕਰਨਾ ਪਿਆ ਸੀ ਇਸ ਮਾਮਲੇ 'ਚ, ਇਹਨਾਂ ਦੇ ਨਾਂ ਜਿਹੜੇ ਸ਼ਾਮਲ ਆ ਉਹਨਾਂ ਪੁਲਿਸ ਅਧਿਕਾਰੀਆਂ ਦੇ ਨਾਲ, ਉਹਨਾਂ ਸਿਆਸਤਦਾਨਾਂ ਦੇ ਨਾਲ, ਉਹਨਾਂ ਨੌਕਰਸ਼ਾਹਾਂ ਦੇ ਨਾਲ, ਜਿਨ੍ਹਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਹੈਗੇ ਆ, ਜਿਹਦੇ 'ਚ ਇਹ ਕਿਹਾ ਗਿਆ ਕਿ ਇਸ ਪਰਿਵਾਰ ਨੇ, ਗਾਬਾ ਪਰਿਵਾਰ ਨੇ ਉਹਨਾਂ ਨੂੰ ਧਨ ਮੁਹੱਈਆ ਕਰਵਾਇਆ। ਧਨ ਕਿੰਨਾ ਸੀ ਇਹ ਹਾਲੇ ਤੱਕ ਸਾਡੇ ਸਾਹਮਣੇ ਨਹੀਂ। ਭਾਵੇਂ ਚੌਧਰੀ ਸੰਤੋਖ ਸਿੰਘ ਨੇ ਤਾਂ ਇਹ ਗੱਲ ਕਹੀ ਹੈ ਵੀ ਮੈਨੂੰ ਤਾਂ ਕੋਈ ਸੰਮਨ ਨਹੀਂ ਮਿਲਿਆ, ਨਾਲ ਉਹਨੇ ਵੀ ਕਿਹਾ ਕਿ ਮੇਰੇ ਉਹਨਾਂ ਦਾ ਸੰਬੰਧ ਕਿੱਦਾਂ ਹੋ ਸਕਦੇ, ਮੇਰੇ ਤੋਂ ਵਿਰੋਧੀ ਹੈ। ਉਹ ਤਾਂ ਸਰਵਨ ਸਿੰਘ ਫਲੋਰ ਦੇ ਨੇੜੇ ਸੀ, ਸਰਵਨ ਸਿੰਘ ਫਲੋਰ ਨੇ ਵੀ ਇਹ ਗੱਲ ਮੰਨੀ ਹੈ ਕਿ ਸਾਡੇ ਪਰਿਵਾਰਕ ਸੰਬੰਧ ਰਹੇ ਹੈ, ਪਰ ਉਹਦੇ ਬਾਵਜੂਦ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅੰਕੜੇ ਹਾਲੇ ਤੱਕ ਜਾਰੀ ਨਹੀਂ ਕੀਤੇ। ਸੰਭਾਵਨਾ ਇਹ ਹੈ ਕਿ ਜਿਹੜੀ ਗਾਬਾ ਦੀ ਡੈਰੀ ਹੈ ਜਿਹਦੇ 'ਚ ਦਰਜ ਹੈ ਬਹੁਤ ਸਾਰੇ ਉਹ ਨਾਂ ਸਾਹਮਣੇ ਆਉਣ ਤੋਂ ਰੋਕਣ ਵਾਸਤੇ ਵੀ ਸਿਆਸੀ ਤੌਰ ਦੇ ਉੱਤੇ ਕੋਈ ਜੁਗਲਬੰਦੀ ਹੋ ਸਕਦੀ ਹੈ, ਕਿਉਂਕਿ ਉਸ ਡੈਰੀ ਦੇ ਵਿੱਚ ਕਾਂਗਰਸੀਆਂ ਦੇ ਵੀ ਨਾਂ ਆ, ਉਸ ਡੈਰੀ ਦੇ ਵਿੱਚ ਅਕਾਲੀਆਂ ਦੇ ਵੀ ਨਾਂ ਆ, ਉਸ ਡੈਰੀ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਪੁਲਿਸ ਅਫਸਰਾਂ ਦੇ ਵੀ ਨਾਂ ਆ ਜਿਨ੍ਹਾਂ ਨੇ ਪੈਸੇ ਲਏ ਹੋਏ ਆ ਗਾਬਾ ਪਰਿਵਾਰ ਤੋਂ, ਤੇ ਗਾਬਾ ਪਰਿਵਾਰ ਦੇ ਪੈਸੇ ਲਏ ਹੋਏ ਦਾ ਖੁਲਾਸਾ ਜਿਹੜਾ ਆ ਹੌਲੀ ਹੌਲੀ ਥੋੜਾ ਤਾਂ ਨਿਕਲ ਰਿਹਾ ਜਾਂ ਹੋ ਰਿਹਾ, ਪਰ ਇਹ ਵੱਡੀ ਪੱਧਰ ਦੇ ਉੱਤੇ ਪੂਰੀ ਤਰ੍ਹਾਂ ਖੁਲਾਸਾ ਹੋ ਜਾਏਗਾ। ਇਹਦੇ ਤੇ ਸ਼ੱਕ ਇਸ ਕਰਕੇ ਹੈ ਕਿਉਂਕਿ ਜਿਹਦੇ ਵਿੱਚ ਸਰਕਾਰ 'ਚ ਬੈਠੇ ਕੁਝ ਲੋਕ ਸ਼ਾਮਲ ਹੋਣ, ਜਿਹਦੇ ਵਿੱਚ ਪਹਿਲਾਂ ਜਿਹਨਾਂ ਦੀ ਸਰਕਾਰ ਰਹੀ ਹੈ ਉਹ ਲੋਕ ਸ਼ਾਮਲ ਹੋਣ ਤੇ ਪੰਜਾਬ ਦੇ ਅਫਸਰਸ਼ਾਹ ਸ਼ਾਮਲ ਹੋਣ, ਉਹ ਜਿਹੜਾ ਪੂਰਾ ਸੱਚ ਸਾਹਮਣੇ ਆਉਣ ਦੇ ਵਿੱਚ ਦੇਰੀ ਵੀ ਕਰ ਸਕਦੀ ਹੈ ਤੇ ਇਸ ਸੱਚ ਨੂੰ ਫਾਂਸੀ ਵੀ ਦਿੱਤੀ ਜਾ ਸਕਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਕੋਈ ਜੁਗਲਬੰਦੀ ਕਰਕੇ ਅਫਸਰਸ਼ਾਹੀ ਵੱਲੋਂ, ਨਾਲ ਜਿਹੜੇ ਕਾਂਗਰਸ ਦੇ ਕੁਝ ਏਦਾਂ ਦੇ ਆਗੂ ਹੈ, ਨਾਲ ਜਿਹੜੇ ਸਰਕਾਰ 'ਚ ਬੈਠੇ ਕੁਝ ਕਰਪਟ ਲੋਕ ਹੈ, ਉਹਨਾਂ ਦੀ ਸਾਂਝੀ ਜੁਗਲਬੰਦੀ ਜਿਹੜੀ ਹੈ ਇਸ ਸੱਚ ਨੂੰ ਬਾਹਰ ਆਉਣ ਤੋਂ ਰੋਕਣ ਵਾਸਤੇ ਵੀ ਕੋਈ ਯਤਨ ਕਰ ਸਕਦੀ ਹੈ। ਜੀ ਸੁਸ਼ੀਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਆਏ ਤੇ ਸਾਨੂੰ ਇੰਨੀਆਂ ਖਬਰਾਂ ਤੋਂ ਜਾਣੂ ਕਰਵਾਇਆ। ਮਿਹਰਬਾਨੀ ਜੀ ਬਲਵਿੰਦਰ ਜੀ, ਤੇ ਸਾਡੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।